ਜਦੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਟਿਕਟਾਂ ਦਿੰਦਾ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਟਰੈਕਟਰ ਦੇ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜਦੇ ਹਾਂ। ਪਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਾਂ ਫਿਰ ਸਾਡੇ ਤੇ ਦਖਲਅੰਦਾਜ਼ੀ ਤਾਂ ਜੀ ਉਹਨਾਂ ਦੀ ਜਿਹੜੀ ਹੈ ਸਾਡੀ ਪੁੱਛ ਕੇ ਕਰਦੇ ਆ। ਕੌਮ ਦਾ ਕੌਣ ਦੁਸ਼ਮਣ ਹੈ? ਸਭ ਦੀ ਨਿਗਾਹ ਸਭ ਤੋਂ ਵੱਡੇ ਜੀ ਕਾਂਗਰਸ ਹੈ, ਉਸ ਤੋਂ ਬਾਅਦ ਜਿਹੜੀ ਬੀਜੇਪੀ ਹੈ, ਨਰਿੰਦਰ ਮੋਦੀ ਹੈ, ਇਹ ਉਸ ਤੋਂ ਵੀ ਵੱਡਾ ਦੁਸ਼ਮਣ ਹੈ। ਉਦੋਂ ਪਤਾ ਨਹੀਂ ਸੀ ਜਦੋਂ ਗੱਠਜੋੜ ਕਰਿਆ ਸੀਗਾ ਵੀ ਬੀਜੇਪੀ ਸਾਡੀ ਦੁਸ਼ਮਣ ਹੈ। ਲੋਕ ਕਹਿੰਦੇ ਨੇ ਵੀ ਜਿਹੜਾ ਜਥੇਦਾਰ ਹੈਗਾ ਅਕਾਲ ਤਖਤ ਸਾਹਿਬ ਦਾ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ ਕਰ ਜਥੇਦਾਰ ਕੋਈ ਸੱਚ ਦੀ ਗੱਲ ਕਰਦਾ, ਜੇ ਸੱਚਾਈ ਦੀ ਆਵਾਜ਼ ਚੱਕਦਾ ਤਾਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਬਾਦਲਾਂ ਦੇ ਕਹਿਣ ਤੇ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਟੇਜ ਦੇ ਉੱਤੋਂ ਖੜ ਕੇ ਇਹ ਗੱਲ ਕਹਿ ਦੇਣੀ, ਢਿੱਲੋਂ ਸਾਹਿਬ ਬਹੁਤ ਔਖੀ ਗੱਲ ਹੈ। ਉਹਨਾਂ ਨੇ ਕਿਹਾ ਵੀ ਜੇ ਅਸੀਂ ਬੇਅਦਬੀ ਕਰਾਉਣ ਸਾਡਾ ਕੋਈ ਵੀ ਹੱਥ ਹੋਵੇ ਤਾਂ ਸਾਡਾ ਕੁਛ ਨਾ ਰਹੇ। ਮੈਂ ਸੌਦਾ ਸਾਧ ਦੇ ਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਵਰਖਲਾਫ। ਬਲਵੰਤ ਸਿੰਘ ਜੀ ਰਾਜੋਆਣਾ, ਉਹਨਾਂ ਦੀ ਇੱਕ ਪੇਸ਼ੀ ਦਾ 11 ਲੱਖ ਰੁਪਇਆ ਵਕੀਲ ਲੈਂਦਾ ਜਦੋਂ ਪੇਸ਼ ਹੁੰਦਾ ਅਦਾਲਤ ਦੇ ਵਿੱਚ। ਸਾਰਾ ਜਿਹੜਾ ਪੈਸਾ SGPC ਵੱਲੋਂ ਉਹ ਜਿਹੜੀ ਹੈ ਉਹਨਾਂ ਦੇ ਕੇਸ ਦਾ ਪੈਸਾ ਦਿੱਤਾ ਜਾਂਦਾ ਹੈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਸਰਖਾਬ ਟੀਵੀ ਤੇ ਮੈਂ ਆ ਹਰਜਿੰਦਰ ਸਿੰਘ ਢਿੱਲੋਂ। ਗੱਲ ਕਰ ਦਿਆਂਗੇ ਪੰਜਾਬ ਦੇ ਵਿੱਚ ਨਿੱਤ ਨਵੇਂ ਮੁੱਦੇ ਉੱਠਦੇ ਆ, ਮੁੱਦੇ ਉੱਠ ਕੇ ਸਾਹਮਣੇ ਆ ਜਾਂਦੇ ਆ। ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋ ਰਹੀ ਵੀਡੀਓ ਜਿਸ ਦੇ ਵਿੱਚ ਅਰਦਾਸ ਕੀਤੀ ਜਾਂਦੀ ਆ। ਬੀੜ ਤਲਾਬ ਜ਼ਿਲ੍ਹਾ ਬਠਿੰਡਾ ਦਾ ਪਿੰਡ ਆ ਤੇ ਉੱਥੇ ਅਰਦਾਸ ਕੀਤੀ ਜਾਂਦੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ। ਸਾਡੇ ਨਾਲ ਮੌਜੂਦ ਨੇ ਬਲਦੇਵ ਸਿੰਘ ਚੁੰਗਾ, ਜਿਹੜੇ ਕਿ ਅੰਤਰਿੰਗ ਕਮੇਟੀ ਦੇ ਮੈਂਬਰ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ ਉਸ ਵਿਸ਼ੇ ਨੂੰ ਲੈ ਕੇ, ਉਸ ਮੁੱਦੇ ਨੂੰ ਲੈ ਕੇ ਕੀ ਇਹਨਾਂ ਦੇ ਧਿਆਨ ਦੇ ਵਿੱਚ ਸੀ ਉਹ ਪਹਿਲਾਂ ਗੱਲਬਾਤ ਕਿ ਨਹੀਂ। ਗੱਲਬਾਤ ਕਰਦੇ ਆ। ਚੁੰਗਾ ਸਾਹਿਬ, ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਦਾਰ ਹਰਜਿੰਦਰ ਸਿੰਘ ਢਿੱਲੋਂ ਸਾਹਿਬ, ਜਿੰਨੇ ਵੀ ਇਸ ਵੇਲੇ ਸਰੋਤੇ ਆਪਣੀ ਇਹ ਗੱਲਬਾਤ ਨੂੰ ਸੁਣਨਗੇ ਉਹਨਾਂ ਨੂੰ ਤੇ ਸਮੁੱਚੇ ਸਿੱਖ ਪੰਥ ਨੂੰ ਫੇਰ ਫਤਿਹ ਬੁਲਾਉਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੁੰਗਾ ਸਾਹਿਬ, ਜੇ ਗੱਲ ਕਰੀਏ ਤਾਂ ਸ਼੍ਰੋਮਣੀ ਕਮੇਟੀ ਇੱਕ ਸਿੱਖਾਂ ਦੀ ਨੁਮਾਇੰਦਾ ਜਮਾਤ ਆ। 1920 ਤੋਂ ਚੱਲੀ ਸ਼੍ਰੋਮਣੀ ਕਮੇਟੀ। ਜੇ ਗੱਲ ਕਰੀਏ ਤਾਂ 1925 'ਚ ਜਾ ਕੇ ਪੂਰੀ ਪ੍ਰਫੁੱਲਤ ਹੁੰਦੀ ਆ। ਇਹਦੇ ਵਿੱਚ ਹੁਣ ਕੀ ਇਹੋ ਜਿਹਾ ਆ ਗਿਆ ਕਿ ਨਿੱਤ ਨਵੇਂ ਮੁੱਦੇ ਉੱਠਦੇ ਨੇ, ਨਿੱਤ ਸ਼੍ਰੋਮਣੀ ਕਮੇਟੀ ਨੂੰ ਟਾਰਗੇਟ ਕੀਤਾ ਜਾਂਦਾ। ਕਿਵੇਂ ਦੇਖਦੇ ਹੋ ਸਾਰੀਆਂ ਗੱਲਾਂ ਨੂੰ? ਇਹ ਢਿੱਲੋਂ ਸਾਹਿਬ ਜੀ, ਬੇਨਤੀ ਇਹ ਆ ਵੀ ਇੱਕ ਤਾਂ ਇਸ ਕਰਕੇ ਜ਼ਿਆਦਾ ਪਤਾ ਲੱਗਣ ਲੱਗ ਗਿਆ ਵੀ ਸੋਸ਼ਲ ਮੀਡੀਆ ਹੁਣ ਬਹੁਤ ਜ਼ਿਆਦਾ ਜਿਹੜਾ ਇਸ ਵੇਲੇ ਅਸਰਅੰਦਾਜ਼ ਹੈ ਸੰਸਾਰ ਦੇ ਵਿੱਚ। ਉਹਦਾ ਕਰਕੇ ਜਿਹੜੀ ਵੀ ਛੋਟੀ ਵੀ ਗੱਲ ਹੁੰਦੀ ਆ ਉਹਦਾ ਪਤਾ ਲੱਗ ਜਾਂਦਾ। ਜਿਹੜੀ ਮੁੱਦਿਆਂ ਦੀ ਤੁਸੀਂ ਗੱਲ ਕਰਦੇ ਹੋ, ਮੈਂ ਬਹੁਤ ਵਾਰ ਇਹ ਗੱਲ ਸੋਚਦਾ ਹੁੰਦਾ ਕਿ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸੰਸਾਰ ਤੋਂ ਚਲੇ ਗਏ ਤਾਂ ਸਾਡੀਆਂ 12 ਮਿਸਲਾਂ ਉਦੋਂ ਬਣੀਆਂ। ਉਦੋਂ ਵੀ ਸਿੱਖਾਂ ਦੇ ਵਿੱਚ ਆਪਸ ਵਿੱਚ ਹੀ ਮਤਭੇਦ ਰਹੇ, ਹੁਣ ਵੀ ਮਤਭੇਦ ਨੇ। ਜਦ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਈ ਹੈ ਤਦ ਤੋਂ ਵੀ ਕੁਝ ਸਿੱਖ ਸੀ ਜਿਹੜੇ SGPC ਦੇ ਨਾਲ ਸੀ, ਸ਼੍ਰੋਮਣੀ ਅਕਾਲੀ ਦਲ ਨਾਲ। ਕੁਝ ਉਦੋਂ ਗੁਰਸਿੱਖ ਸੀ ਜਿਹੜੇ ਉਹ ਕਾਂਗਰਸ ਨੂੰ ਸਪੋਰਟ ਕਰਦੇ ਸੀ। ਇਹ ਜਿਹੜੇ ਮੁੱਦੇ ਪਹਿਲਾਂ ਤੋਂ ਵੀ ਰਹੇ। ਜਿਹੜੇ ਅੱਜ ਕੱਲ੍ਹ ਦੇ ਜਿਹੜੇ ਮੌਜੂਦ ਹਾਲਾਤ ਨੇ ਜੀ, ਇਹ ਬਿਲਕੁਲ ਹੀ ਤੁਹਾਡੀ ਗੱਲ ਸਹੀ ਹੈ ਕਿ ਹਾਲਾਤ ਜਿਹੜੇ ਅੱਛੇ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀਆਂ ਜਗ੍ਹਾ ਜਗ੍ਹਾ ਬੇਅਦਬੀਆਂ ਹੋਣੀਆਂ, ਅਗਨ ਭੇਟ ਹੋ ਜਾਣਾ ਸਤਿਗੁਰੂ ਨੂੰ, ਜਾਂ ਹੋਰ ਵੀ ਬੜੇ ਅਨੇਕਾਂ ਮੁੱਦੇ ਨੇ ਜਿਹੜੇ ਬਹੁਤ ਜ਼ਿਆਦਾ ਇਸ ਵੇਲੇ ਸਿੱਖ ਜਗਤ ਦੇ ਵਿੱਚ ਹੋ ਰਹੇ ਨੇ। ਉਹਦਾ ਕਾਰਨ ਇਹੀ ਹੈ ਜੀ ਬਈ ਜ਼ਿਆਦਾਤਰ ਜਿਹੜੀ ਹੈ ਇਹਦੇ ਵਿੱਚ ਅੱਗੇ ਲੋਕ ਸੀ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਧਾਰਮਿਕ ਨਜ਼ਰੀਏ ਨਾਲ ਦੇਖਦੇ ਸੀ। ਹੁਣ ਇਸ ਵੇਲੇ ਜਿਹੜੇ ਸਿੱਖ ਜਗਤ ਦੇ ਵਿੱਚ ਇਹ ਮਹਿਸੂਸ ਕਰਦੇ ਨੇ ਵੀ ਜੀ ਇਹ ਪੋਲੀਟੀਕਲ ਗੱਲ ਕਰਦੇ ਨੇ, ਇਹ ਕਰਦੇ ਨੇ। ਪੋਲੀਟੀਕਲ ਲੋਕ ਆ ਜਿਹੜੇ ਆਪਦੇ ਜਾਤੀ ਮਫਾਦਾਂ ਨੂੰ ਮੁੱਖ ਰੱਖਦੇ ਹੋਏ ਵੀ ਜ਼ਿਆਦਾ ਟਾਰਗੇਟ ਕਰਦੇ ਨੇ। ਉਹਨਾਂ ਵੱਲੋਂ ਜ਼ਿਆਦਾ ਇਹ ਜਿਹੜੇ ਮੁੱਦੇ ਆ ਬਹੁਤ ਜ਼ਿਆਦਾ ਉਹਨਾਂ ਨੂੰ ਫੈਲਾਇਆ ਜਾਂਦਾ ਸੰਸਾਰ ਦੇ ਵਿੱਚ। ਪੋਲੀਟੀਕਲ ਲੋਕਾਂ ਦੀ ਗੱਲ ਕਰੀਏ, ਪੋਲੀਟੀਕਲ ਲੋਕਾਂ ਦੇ ਵਿੱਚ ਤਾਂ ਜੇ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਆ ਜਾਂਦੀ ਆ। ਸ਼੍ਰੋਮਣੀ ਅਕਾਲੀ ਦਲ ਲੋਕ ਕਹਿੰਦੇ ਨੇ ਵੀ ਜਿਹੜਾ ਜਥੇਦਾਰ ਹੈਗਾ ਅਕਾਲ ਤਖਤ ਸਾਹਿਬ ਦਾ ਉਹ ਬਾਦਲਾਂ ਦੀ ਜੇਬ ਚੋਂ ਨਿਕਲਦਾ ਜਾਂ ਬਾਦਲਾਂ ਦੇ ਕੋਲੋਂ ਨਿਕਲਦੇ ਨੇ ਜਥੇਦਾਰ। ਇਹਨਾਂ ਨੂੰ ਫਿਰ ਕਿਵੇਂ ਦੇਖੋਗੇ? ਇਹਦੇ ਜੀ ਇਹ ਗੱਲ ਆ ਵੀ ਜਿਹੜੀ ਦੇਖੋ ਸੰਗਤ ਤਾਂ ਕਿਸੇ ਨੂੰ ਵੀ ਕੋਈ ਵੀ ਅਧਿਕਾਰ ਹੈ ਆਪਣੇ ਮੁਲਕ ਦੇ ਵਿੱਚ ਵੀ ਕੋਈ ਕੁਝ ਵੀ ਕਹਿ ਸਕਦਾ, ਕੋਈ ਕੁਐਸਚਨ ਕਿਸੇ ਦੇ ਵੀ ਪੁੱਟ ਕੀਤਾ ਜਾ ਸਕਦਾ। ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਤੋਂ ਲੈ ਕੇ ਸਾਡਾ ਜਿਹੜਾ ਮੀਰੀ ਤੇ ਪੀਰ ਇਸ ਦਾ ਸਿਧਾਂਤ ਸਾਡਾ ਇੱਕ ਸੀ। ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਇਹ ਸਿੱਖਾਂ ਦੀ ਜਿਹੜੀ ਨੁਮਾਇੰਦਾ ਜਥੇਬੰਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਹੀ ਸਾਨੂੰ ਟਿਕਟਾਂ ਦੇ ਕੇ ਖੜੇ ਕੀਤਾ ਜਾਂਦਾ ਜੀ।
ਬੇਸ਼ੱਕ ਜਿਹੜੇ ਦੂਸਰੀਆਂ ਪਾਰਟੀਆਂ ਨੇ, ਕਾਂਗਰਸ ਹੈ ਜਾਂ ਹੋਰ ਜਿਹੜੇ ਦੂਜੇ ਤੀਜੇ ਹੈ ਪੰਜਾਬ ਦੇ ਦਲ, ਉਹ ਵੀ ਆਪਣੇ ਬੰਦੇ ਖੜੇ ਕਰਦੇ ਆ, ਉਹ ਵੀ ਉਹਨਾਂ ਨੂੰ ਸਪੋਰਟ ਕਰਦੇ ਨੇ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ, ਇਹ ਇਹਨਾਂ ਨੇ ਬਹੁਤ ਸ਼ਾਨਾ ਮੱਤਾ ਇਤਿਹਾਸ ਆ, 100 ਸਾਲ ਦੇ ਕਰੀਬ ਇਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਹੋਂਦ ਦੇ ਵਿੱਚ ਆਏ। ਮੁਲਕ ਦੀ ਜੰਗੇ ਆਜ਼ਾਦੀ ਦੀ ਗੱਲ ਕਰ ਲਓ ਤਾਂ ਵੀ ਇਹਨਾਂ ਦਾ ਬੜਾ ਇਸ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਆਜ਼ਾਦ ਕਰਾਉਣ ਵਾਸਤੇ, ਮਹੰਤਾਂ ਤੋਂ ਗੁਰਦੁਆਰੇ ਵਾਪਸ ਕਰਾਉਣ ਵਾਸਤੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਂਦ ਦੇ ਵਿੱਚ ਆਉਣ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਹੀ ਜਿਹੜੀਆਂ ਸੀਗਾ ਬਹੁਤ ਵੱਡਾ ਸ਼ਾਨਾ ਮੱਤਾ ਇਤਿਹਾਸ ਹੈ। ਜਿਹੜੀ ਸੰਗਤ ਇਹ ਗੱਲ ਤੁਸੀਂ ਗੱਲ ਕੀਤੀ ਹੈ ਵੀ ਜੇਬ ਤੋਂ ਨਿਕਲ ਜਾ ਜਥੇਦਾਰ, ਮੈਂ ਬੇਨਤੀ ਕਰਨੀ ਚਾਹੁੰਦਾ ਵੀ ਇਹ ਮੈਂ ਬਹੁਤ ਵਾਰ ਇਹ ਗੱਲ ਸੋਚਦਾ ਕਿ ਜਦੋਂ ਤੋਂ ਐਸਜੀਪੀਸੀ ਹੋਂਦ ਦੇ ਵਿੱਚ ਆਈ ਆ ਜਾਂ ਜੂਨ 84 ਤੋਂ ਜਦੋਂ ਤੋਂ ਮੈਂ ਦੇਖਦਾ ਆ ਰਿਹਾ, ਉਦੋਂ ਤੋਂ ਕਿਤੇ ਨਾ ਕਿਤੇ ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਲੋਕਾਂ ਨੇ ਟਾਰਗੇਟ ਕੀਤਾ। ਕੌਣ ਲੋਕ ਟਾਰਗੇਟ ਕਰਦੇ ਨੇ? ਉਹ ਲੋਕ ਜ਼ਿਆਦਾ ਟਾਰਗੇਟ ਕਰਦੇ ਨੇ ਜਾਂ ਤਾਂ ਸਾਡੇ ਕੋਈ ਭੁੱਲੜ ਭਰਾ ਸਾਡੇ ਆਪ ਦੇ ਹੁੰਦੇ ਨੇ, ਜਾਂ ਜਿਹੜੇ ਪੋਲੀਟੀਕਲ ਲੋਕ ਨੇ, ਇਹ ਸਾਡੇ ਇਸ ਨੂੰ ਕੁਛ ਏਜੰਸੀਆਂ ਕਹਿ ਲਓ, ਇਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਆਬ ਆ ਉਹਨੂੰ ਨੀਵਾਂ ਕਰਨ ਵਾਸਤੇ ਜਿਹੀਆਂ ਗੱਲਾਂ ਕਰਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਐਕਟ ਹੈ, ਗੁਰਦੁਆਰਾ ਐਕਟ, ਉਹਦੇ ਮੁਤਾਬਕ ਜਥੇਦਾਰ ਦੀ ਜਿਹੜੀ ਹੈ ਨਿਯੁਕਤੀ ਹੁੰਦੀ ਹੈ। ਇਹ ਐਸਾ ਨਹੀਂ ਹੁੰਦਾ ਵੀ ਕਿਸੇ ਦੀ ਜੇਬ ਦੇ ਵਿੱਚੋਂ ਨਿਕਲਦਾ, ਕੋਈ ਜੇਬ ਦੇ ਵਿੱਚੋਂ ਨਿਕਲਦਾ। ਇਹ ਗੱਲ ਮੈਂ ਜ਼ਰੂਰ ਮੈਂ ਤਸਲੀਮ ਕਰੂੰਗਾ ਕਿ ਸ਼੍ਰੋਮਣੀ ਅਕਾਲੀ ਦਲ ਜੋ ਸਾਡਾ ਐਸਜੀਪੀਸੀ ਦੇ ਅਸੀਂ ਮੈਂਬਰ ਹਾਂ, ਅਸੀਂ ਜ਼ਰੂਰ ਸ਼੍ਰੋਮਣੀ ਅਕਾਲੀ ਦਲ ਦੀ, ਕਿਉਂਕਿ ਅਸੀਂ ਉਹਨਾਂ ਵੱਲੋਂ ਟਿਕਟ ਦੇ ਕੇ ਸਾਨੂੰ ਨਵਾਜਿਆ ਜਾਂਦਾ, ਅਸੀਂ ਜ਼ਰੂਰ ਅਕਾਲੀ ਦਲ ਦੀ ਗੱਲ ਸੁਣਦੇ ਹਾਂ। ਪਰ ਜਿਹੜੀ ਜਥੇਦਾਰਾਂ ਦੀ ਗੱਲ ਆ, ਮੈਂ ਸਮਝਦਾ ਮੈਂ 15 ਸਾਲ ਤੋਂ ਐਸਜੀਪੀਸੀ ਦਾ ਮੈਂਬਰ ਹਾਂ, ਕੋਈ ਐਸਾ ਨਹੀਂ ਹੁੰਦਾ ਵੀ ਜਥੇਦਾਰ ਕਿਸੇ ਦੀ ਜੇਬ ਦੇ ਵਿੱਚੋਂ ਨਿਕਲਦਾ। ਇੱਕ ਪ੍ਰਕਿਰਿਆ ਹੈ, ਉਹਦੇ ਮੁਤਾਬਕ ਜਥੇਦਾਰਾਂ ਦੀ ਚੋਣ ਹੁੰਦੀ ਹੈ। ਵਿਰੋਧੀ ਧਿਰਾਂ ਤਾਂ ਇਹ ਵੀ ਕਹਿੰਦੀਆਂ ਨੇ, ਜੇਕਰ ਜਥੇਦਾਰ ਕੋਈ ਸੱਚ ਦੀ ਗੱਲ ਕਰਦਾ, ਜੇ ਸੱਚਾਈ ਦੀ ਆਵਾਜ਼ ਚੱਕਦਾ, ਤਾਂ ਉਸ ਨੂੰ ਬਰਖਾਸਤ ਕਰ ਦਿੱਤਾ ਜਾਂਦਾ ਬਾਦਲਾਂ ਦੇ ਕਹਿਣ ਤੇ। ਵਿਰੋਧੀ ਧਿਰਾਂ ਦੇ ਇਹ ਵੱਡੇ ਇਲਜ਼ਾਮ ਨੇ ਜੀ। ਨਹੀਂ ਜੀ, ਇਹ ਤਾਂ ਦੇਖੋ, ਪਹਿਲੇ ਮੈਂ ਤੁਹਾਨੂੰ ਬੇਨਤੀ ਕਰੀ ਆ ਵੀ ਇਹਨਾਂ ਨੇ ਤਾਂ ਇਲਜ਼ਾਮ, ਇਹਨਾਂ ਨੇ ਤਾਂ ਕੋਈ ਨਾ ਕੋਈ, ਜਿਹੜੀਆਂ ਵਿਰੋਧੀ ਧਿਰਾਂ ਨੇ, ਇਹਨਾਂ ਨੇ ਇਲਜ਼ਾਮ ਲਾਉਂਦੇ ਹੀ ਰਹਿਣਾ। ਸਿਸਟਮ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਬੇਨਤੀ ਕਰੀ ਆ ਵੀ ਐਸਜੀਪੀਸੀ ਦੇ ਐਕਟ ਦੇ ਮੁਤਾਬਕ, ਸਿਸਟਮ ਦੇ ਮੁਤਾਬਕ ਜਿਹੜਾ ਹੈ, ਉਹਦੇ ਮੁਤਾਬਕ ਹੀ ਹੈ। ਜੇ ਕੋਈ ਜਥੇਦਾਰ ਠੀਕ ਢੰਗ ਨਾਲ, ਉਹਦਾ ਵਿਹਾਰ ਠੀਕ ਨਾ ਰਹੇ, ਪੰਥਕ ਗੱਲ ਨਾ ਕਰਦਾ ਹੋਵੇ ਜਾਂ ਕੋਈ ਹੋਰ ਕਾਰਨ ਹੋਵੇ, ਤਾਂ ਫਿਰ ਉਹਦੇ ਲਈ ਤਾਂ ਐਸਜੀਪੀਸੀ ਉਹਨਾਂ ਨੂੰ ਬਰਖਾਸਤ ਕਰਨਾ ਜਾਂ ਉਹਨਾਂ ਤੋਂ ਸੇਵਾ ਮੁਕਤ ਕਰਨਾ ਐਸਜੀਪੀਸੀ ਦੇ ਅਧਿਕਾਰ ਦੀ ਖੇਤਰ ਦੀ ਗੱਲ ਹੈ ਜੀ ਇਹ। ਪੰਥਕ ਗੱਲ ਦੀ ਗੱਲ ਕਰੀਏ, ਪੰਥਕ ਗੱਲ ਕਿਹੋ ਜਿਹੀ ਹੋਣੀ ਚਾਹੀਦੀ ਹੈ ਤੁਹਾਡੇ ਮੁਤਾਬਕ? ਕਿਹੋ ਜਿਹੀ ਕਰਨੀ ਚਾਹੀਦੀ ਹੈ ਜਥੇਦਾਰ ਨੂੰ? ਦੇਖੋ ਜੀ, ਪੰਥਕ ਗੱਲ ਜੇ ਆਪਾਂ ਮੌਜੂਦਾ ਜਥੇਦਾਰ ਦੀ ਗੱਲ ਕਰ ਲਈਏ, ਆਪਾਂ ਪਿਛਲੀ ਗੱਲ ਨੂੰ ਛੱਡੀਏ, ਤਾਂ ਜਿਹੜੇ ਮਾਨਯੋਗ ਸਾਡੇ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜੀ ਨੇ, ਬੜੇ ਪੜ੍ਹੇ ਲਿਖੇ ਨੇ ਜੀ। ਜਦੋਂ ਵੀ ਕਿਤੇ ਪੰਥਕ ਦਾ ਮੁੱਦਾ ਕੋਈ ਆਉਂਦਾ, ਉਹਨਾਂ ਦੇ ਅੱਗੇ ਬੜੇ ਸੋਹਣੇ ਢੰਗ ਦੇ ਨਾਲ, ਬੜੇ ਸੁਚੱਜੇ ਢੰਗ ਦੇ ਨਾਲ ਉਹਨੂੰ ਸੁਲਝਾਉਂਦੇ ਨੇ। ਹਰ ਜਥੇਦਾਰ ਦੀ ਇੱਕ ਇੱਛਾ ਰਹੀ ਢਿੱਲੋਂ ਸਾਹਿਬ ਕਿ ਸਾਰਾ ਪੰਥ ਇਕੱਤਰ ਹੋਵੇ, ਪਰ ਕੁਝ ਲੋਕ ਐਸੇ ਨੇ ਵੀ ਆਪਣੇ ਜਾਤੀ ਮਫਾਦ ਦੇ ਖਾਤਰ ਉਹਨਾਂ ਨੇ ਕਦੇ ਵੀ ਕਿਸੇ ਗੱਲ ਨੂੰ, ਕਦੇ ਵੀ ਉਹਨਾਂ ਨੇ ਕਿਤੇ ਤਾਂ ਤੁਹਾਡੇ ਮਤਭੇਦ ਹੋ ਸਕਦੇ ਆ, ਬਹੁਤ ਗੱਲਾਂ ਅਜਿਹੀਆਂ ਹੁੰਦੀਆਂ ਜਿਹੜੀਆਂ ਤੁਹਾਨੂੰ ਸਾਰਿਆਂ ਨੂੰ ਚੰਗੀਆਂ ਲੱਗਦੀਆਂ ਨੇ, ਪਰੰਤੂ ਇਹ ਕੀ ਕਰਦੇ ਨੇ, ਇਹਨਾਂ ਨੇ ਤਾਂ ਇੱਕੋ ਹੀ ਮਥਿਆ ਹੋਇਆ ਵੀ ਅਸੀਂ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਹਿ ਦਿੱਤਾ ਅਸੀਂ ਉਹਨੂੰ ਮੰਨਣਾ ਨਹੀਂ। ਮੈਂ ਤੇ ਬੇਨਤੀ ਕਰਦਾ ਉਹਨਾਂ ਸੰਗਤ ਨੂੰ ਬਈ, ਜਿਹੜੇ ਸਾਡੇ ਵਿਰੋਧ ਦੇ ਵਿੱਚ ਏਜੰਸੀਆਂ ਕਹਿ ਲਓ ਜਾਂ ਐਸੀਆਂ ਸਰਕਾਰਾਂ ਵੀ ਮਾੜੀਆਂ ਆ ਜਾਂਦੀਆਂ ਨੇ, ਜਿਹੜੀਆਂ ਇਹ ਚਾਹੁੰਦੀਆਂ ਨੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਭਾ ਜਿਹੜੀ ਘਟੇ, ਕਿਉਂਕਿ ਇੱਕੋ ਇੱਕ ਥਾਂ ਹੈ ਜਿਹੜਾ ਸਿੱਖਾਂ ਦੇ ਉੱਤੇ ਕੁੰਡਾ ਹੈ। ਜੇ ਸ਼੍ਰੀ ਅਕਾਲ ਤਖਤ ਸਾਹਿਬ ਢਿੱਲੋਂ ਸਾਹਿਬ, ਉਹਨਾਂ ਦੀ ਆਭਾ ਘਟ ਗਈ, ਉਹਨਾਂ ਦੀ ਮਾਨ ਮਰਜ਼ਾਦਾ ਨੂੰ ਸਿੱਖਾਂ ਨੇ ਘਟਾ ਲਿਆ, ਤਾਂ ਸਿੱਖ ਯਾਦ ਰੱਖਣ ਕਿ ਘਰ ਘਰ ਦੇ ਵਿੱਚ ਲੋਕ ਆ ਜਿਹੜੇ ਗੁਰੂ ਬਣ ਕੇ ਬੈਠ ਜਾਣਗੇ। ਇਹ ਸ਼੍ਰੀ ਅਕਾਲ ਤਖਤ ਦਾ ਹੀ ਕੁੰਡਾ ਹੈ ਕਿ ਜਿਹੜੇ ਲੋਕ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ 100 ਵਾਰਾਂ ਹਰ ਗੁਰਸਿੱਖ ਸੋਚਦਾ ਵੀ ਮੈਨੂੰ ਸ਼੍ਰੀ ਅਕਾਲ ਤਖਤ ਤੇ ਤਲਬ ਕਰ ਲੈਣਗੇ। ਸੋ ਐਸਾ ਇਹ ਸਾਰਾ ਮੈਂ ਦੇਖਿਆ ਵੀ ਆ, ਮੈਂ ਮਹਿਸੂਸ ਵੀ ਕਰਦਾ, ਔਰ ਸੱਚ ਵੀ ਹੈ ਗੱਲ ਕਿ ਕੁਛ ਸੱਜਣਾਂ ਨੂੰ ਤਾਂ ਇਹ ਗੱਲ ਆ ਵੀ ਉਹਨਾਂ ਨੇ ਤਾਂ ਤੇਰੀ ਖਾਂਦੇ ਦੀ ਦਾੜੀ ਹਿੱਲਣ ਵਾਲੀ ਕਹਾਵਤ ਆ ਵੀ ਜੋ ਅਸੀਂ ਕਹਿ ਦਿੱਤਾ ਅਕਾਲ ਤਖਤ ਸਾਹਿਬ ਤੋਂ, ਉਹਨੂੰ ਉਹਨਾਂ ਨੇ ਮੰਨਣਾ ਨਹੀਂ, ਉਹਦੇ ਉਲਟ ਹੀ ਗੱਲ ਕਰਨੀ ਆ। ਕੋਈ ਸਿੰਘ ਸਾਹਿਬ ਨੇ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਜੀ ਲਾਏ ਨੇ, ਕਦੇ ਵੀ ਕੋਈ ਐਸੀ ਗੱਲ ਨਹੀਂ ਹੈ। ਜਦੋਂ ਵੀ ਉਹਨਾਂ ਨੂੰ ਕੋਈ ਪੰਥਕ ਸੇਧ ਦੀ ਲੋੜ ਪਈ ਆ ਤਾਂ ਉਹ ਬੜੇ ਸੋਹਣੇ ਢੰਗ ਨਾਲ ਦਿੰਦੇ ਆ, ਕੋਈ ਐਸਾ ਹੈ ਨਹੀਂ। ਤੁਸੀਂ ਕਿਹਾ ਵੀ ਘਰ ਘਰ ਦੇ ਵਿੱਚ ਗੁਰੂ ਬਣ ਕੇ ਬੈਠ ਜਾਣਗੇ, ਪਰ ਹੁਣ ਵੀ ਡੇਰਿਆਂ ਦੇ ਵਿੱਚ ਤਾਂ ਲੋਕ ਜਾ ਰਹੇ ਨੇ। ਕਿੱਥੇ ਘਾਟ ਲੱਗਦੀ ਹੈ ਫਿਰ ਸ਼੍ਰੋਮਣੀ ਕਮੇਟੀ 'ਚ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੀ ਕੋਈ ਕਿਤੇ ਘਾਟ ਨਹੀਂ ਹੈ, ਕਿਤੇ ਵੀ ਕਦੇ ਅਸੀਂ ਐਸਾ ਕੁਝ ਨਹੀਂ ਕੀਤਾ। ਪਰੰਤੂ ਹੈ ਜਿਹੜਾ ਹੈ, ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰੀ ਆ, ਸ਼੍ਰੋਮਣੀ ਕਮੇਟੀ ਜਾਂ ਸ਼੍ਰੀ ਅਕਾਲ ਤਖਤ ਸਾਹਿਬ, ਇਹ ਇੱਕ ਧਾਰਮਿਕ ਜਿਹੜੀ ਸੰਸਥਾ ਹੈ, ਇਹ ਕੋਈ ਦੁਨਿਆਵੀ ਅਦਾਲਤ ਨਹੀਂ ਹੈ ਵੀ ਜਿਹੜੀ ਕਿਸੇ ਨੂੰ ਇਹ ਕੁਛ ਕਿਸੇ ਦੇ ਰੋਕ ਸਕੇ। ਮੁਲਕ ਆਜ਼ਾਦ ਹੈ, ਕੋਈ ਵੀ ਕੁਛ ਕਰ ਸਕਦਾ। ਅਸੀਂ ਤਾਂ ਸਿਰਫ ਇਸ ਗੱਲ ਨੂੰ ਦੇਖਣਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕੋਈ ਮਰਜ਼ਾਦਾ ਨੂੰ, ਸਤਿਗੁਰੂ ਦੇ ਮਾਨ ਨੂੰ, ਉਹਨਾਂ ਨੂੰ ਕੋਈ ਠੇਸ ਨਾ ਪਹੁੰਚੇ, ਉਹਦੇ ਉੱਤੇ ਹੀ ਸ਼੍ਰੀ ਅਕਾਲ ਤਖਤ ਸਾਹਿਬ ਕਾਰਵਾਈ ਕਰ ਸਕਦਾ। ਉਹ ਵੀ ਉਹਨਾਂ ਦੇ ਤੇ ਜੋ ਸਾਡੇ ਗੁਰਸਿੱਖ ਨੇ, ਸੈਕਰਡ ਬੰਦੇ ਤੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਜੀ, ਜਿਹੜਾ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਮੰਨਦਾ ਨਹੀਂ ਹੈ। ਮਰਜ਼ਾਦਾ ਦੀ ਗੱਲ ਕਰੀ ਹੈਗੀ, ਆਏ ਦਿਨ ਬੇਅਦਬੀਆਂ ਹੋ ਰਹੀਆਂ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਆਏ ਦਿਨ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਰਹੀ ਆ, ਉਦੋਂ ਵੀ ਬੇਅਦਬੀਆਂ ਹੋਈਆਂ। 2015 ਦੇ ਵਿੱਚ ਬੇਅਦਬੀ ਹੁੰਦੀ ਆ, ਫਿਰ 2 ਸਾਲ ਬਾਅਦ ਸਰਕਾਰ ਚਲਾਉਂਦੇ ਨੇ ਸੁਖਬੀਰ ਬਾਦਲ ਜੀ, ਪ੍ਰਕਾਸ਼ ਸਿੰਘ ਬਾਦਲ ਜੀ ਸਰਕਾਰ ਚਲਾਉਂਦੇ ਨੇ। ਉਦੋਂ ਦੋਸ਼ੀ ਫੜਨ ਦੀ ਕੋਸ਼ਿਸ਼ ਕਿਉਂ ਨਹੀਂ ਕਰੀ?
ਦੇਖੋ, ਮੈਂ ਬੇਨਤੀ ਕਰਾਂ ਵੀ ਉਦੋਂ ਵੀ ਖਟੜਾ ਸਾਹਿਬ ਦੀ ਰਹਿਨੁਮਾਈ ਦੇ ਵਿੱਚ ਜਿਹੜੀ ਸੈੱਟ ਸੀ ਬਣਾਈ ਸੀ। ਹੁਣ ਉਸ ਤੋਂ ਬਾਅਦ ਦੇ ਵਿੱਚ ਇਹ 5 ਸਾਲ ਦੇ ਕਰੀਬ ਗਵਰਨਮੈਂਟ ਜਿਹੜੀ ਹੈ ਕਾਂਗਰਸ ਦੀ ਹਕੂਮਤ ਬਣੀ ਨੂੰ ਹੋ ਗਈ ਹੈ। ਅਗਰ ਸਰਦਾਰ ਸੁਖਬੀਰ ਸਿੰਘ ਬਾਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜੇ ਕੋਈ ਨੁਮਾਇੰਦਾ ਜੇ ਕੋਈ ਇਹਦੇ ਦੋਸ਼ੀ ਹੈ ਜੀ, ਤੇ ਸਰਕਾਰ ਨੂੰ ਉਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ। ਅੱਜ ਤਾਂ ਅਸੀਂ ਗੱਲ ਚਿੱਟੇ ਦਿਨ ਵਾਂਗ ਸਾਫ਼ ਹੋ ਗਈ ਵੀ ਜਿਹੜੇ ਜੱਜ ਸੀਗੇ ਹਾਈ ਕੋਰਟ ਦੇ, ਉਹਨਾਂ ਨੇ ਕਿਹਾ ਵੀ ਇਹ ਤੁਸੀਂ ਜਿਹੜੀ ਤੁਹਾਡੀ ਸਿੱਟ ਸੀ ਕੁੰਵਰ ਵਿਜੇ ਪ੍ਰਤਾਪ ਵਾਲੀ, ਵੀ ਇਹਨੇ ਸਾਰਾ ਜਿਹੜਾ ਗਲਤ ਹੈ, ਕਿਤੇ ਵੀ ਉਹਨਾਂ ਦਾ ਨਾਂ ਆ ਹੀ ਨਹੀਂ ਰਿਹਾ ਕਿਸੇ ਗੱਲ ਦੇ ਵਿੱਚ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਟੇਜ ਦੇ ਉੱਤੋਂ ਖੜ ਕੇ ਇਹ ਗੱਲ ਕਹਿ ਦੇਣੀ, ਢਿੱਲੋਂ ਸਾਹਿਬ ਬਹੁਤ ਔਖੀ ਗੱਲ ਹੈ। ਗੁਰੂ ਮਹਾਰਾਜ ਅੱਗੇ ਮਨੁੱਖ ਬੰਦੇ ਅੱਗੇ ਝੂਠ ਬੋਲ ਸਕਦਾ, ਪਰਮੇਸ਼ਰ ਅੱਗੇ ਨਹੀਂ ਝੂਠ ਬੋਲਿਆ। ਉਹਨਾਂ ਨੇ ਕਿਹਾ ਵੀ ਜੇ ਅਸੀਂ ਬੇਅਦਬੀ ਕਰਨ ਕਰਾਉਣ ਸਾਡਾ ਕੋਈ ਵੀ ਹੱਥ ਹੋਵੇ ਤਾਂ ਸਾਡਾ ਕੁਛ ਨਾ ਰਹੇ। ਇਸ ਤੋਂ ਵੱਡੀ ਗੱਲ ਤਾਂ ਹੋ ਨਹੀਂ। ਮੈਂ ਤਾਂ ਇਹ ਸਮਝਦਾ ਉਹਨੂੰ ਵੀ ਐਡੀ ਵੱਡੀ ਗੱਲ ਕਹਿਣ ਦੇ ਬਾਵਜੂਦ ਵੀ ਫਿਰ ਤਾਂ ਲੋਕਾਂ ਨੇ ਬਸ ਇੱਕ ਹੀ ਕੀਤਾ ਹੋਇਆ ਵੀ ਅਸੀਂ ਤਾਂ ਕੁਛ ਬੰਦਿਆਂ ਨੇ ਵੀ ਅਸੀਂ ਤਾਂ ਟਾਰਗੇਟ ਕਰਨਾ ਅਕਾਲੀ ਦਲ ਨੂੰ, ਅਸੀਂ ਤਾਂ, ਕਿਉਂਕਿ ਹੋਰ ਕੋਈ ਗੱਲ ਕਹਿਣ ਨੂੰ ਨਹੀਂ ਹੈ। ਜੇ ਸਰਦਾਰ ਸਾਹਿਬ ਅੱਜ ਵੀ ਤੁਸੀਂ ਦੇਖੋ, ਸਰਕਾਰ ਚੁੱਪ ਹੈ ਕਾਂਗਰਸ ਦੀ, ਸ਼੍ਰੋਮਣੀ ਅਕਾਲੀ ਦਲ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਲੋਕਾਂ ਦੀਆਂ ਦਰਾਂ ਬਰੂਹਾਂ ਦੇ ਉੱਤੇ ਜਾ ਰਹੀ ਹੈ। 5 ਜਿਹੜੇ ਕੋਵਿਡ ਦੇ ਸੈਂਟਰ ਨੇ ਇਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਮਾਨਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਇਹਨਾਂ ਦੇ ਨਾਲ ਰਲ ਕੇ ਨਾਲ ਕੱਲ੍ਹ ਸਾਡੇ ਸੰਗਰੂਰ ਨਾਨਕਿਆਣਾ ਸਾਹਿਬ ਵੀ ਜਿੱਥੇ ਹੈ, ਜਿਨ੍ਹਾਂ ਦਾ 85 ਲੈਵਲ ਹੁੰਦਾ, ਉਹਨਾਂ ਲੋਕਾਂ ਨੂੰ ਆਕਸੀਜਨ ਮੁੱਢਲੀ ਸਹਾਇਤਾ ਦੇਣ ਵਾਸਤੇ 5 ਸੈਂਟਰ ਜਿਹੜੇ ਹੈ ਖੋਲ੍ਹ ਦਿੱਤੇ ਨੇ। ਤੁਸੀਂ ਇਹ ਦੱਸੋ ਜੀ ਵੀ ਸ਼੍ਰੋਮਣੀ ਕਮੇਟੀ ਵੱਖਰੀ ਆ ਕਿ ਸ਼੍ਰੋਮਣੀ ਅਕਾਲੀ ਦਲ, ਇਹ ਵੱਖੋ ਵੱਖਰੀਆਂ ਨੇ ਦੋਨੇ? ਬਿਲਕੁਲ ਨਹੀਂ ਜੀ, ਇਕੱਠੇ ਨੇ ਜੀ, ਬਿਲਕੁਲ ਨਹੀਂ, ਵੱਖਰੇ-ਵੱਖਰੇ ਕਿਵੇਂ ਹੋ ਸਕਦੇ ਆ ਜੀ? ਸਾਡੀ ਮੀਰੀ ਤੇ ਪੀਰੀ ਦਾ ਸਿਧਾਂਤ ਇੱਕ ਹੈ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਬਣਿਆ ਜੀ, ਪਹਿਲਾਂ ਜਿਹੜਾ ਸਿਸਟਮ ਸੀ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਜ਼ਾਦ ਕਰਾਉਣ ਵਾਸਤੇ, ਜਿਹੜਾ ਇਹ ਸਿੱਖ ਗੁਰਸਿੱਖ ਇਕੱਠੇ ਹੋਏ ਸੀ। ਜਦੋਂ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਆਜ਼ਾਦ ਕਰਾਏ, ਫਿਰ ਇਹਨਾਂ ਨੇ ਸਾਰੇ ਜਿਹੜੇ ਸਾਡੇ ਪੰਥਕ ਲੀਡਰ ਸੀ, ਉਹਨਾਂ ਨੇ ਸੋਚਿਆ ਵੀ ਸਾਨੂੰ ਇੱਕ ਆਪਣੀ ਪਾਰਟੀ ਵੀ ਬਣਾਉਣੀ ਚਾਹੀਦੀ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਫਿਰ ਸ਼੍ਰੋਮਣੀ ਅਕਾਲੀ ਦਲ ਹੋਣ ਦੇ ਵਿੱਚ ਆ ਗਿਆ। ਸੋ ਮੈਂ ਨਹੀਂ ਸਮਝਦਾ ਵੀ ਇਹ ਨਾ ਵੱਖਰੇ ਹੋਣੇ ਚਾਹੀਦੇ ਆ, ਨਾ ਹੀ ਵੱਖਰੇ ਹੈ। ਆਮ ਆਦਮੀ ਪਾਰਟੀ ਉੱਪਰ ਕਿਉਂ ਦੀਆਂ? ਉਹਨਾਂ ਵੱਲੋਂ ਦੋਸ਼ ਲੱਗਦੇ ਨੇ ਯਾਰ ਵੀ ਜਿਹੜੀ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ, ਇਹ ਆਪਦੇ ਪਰਿਵਾਰਾਂ ਨੂੰ ਹੀ ਸੀਟਾਂ ਦੇ ਜਾਂਦੇ, ਆਪਦੇ ਪਰਿਵਾਰਾਂ ਨੂੰ ਹੀ ਟਿਕਟਾਂ ਵੰਡੀ ਜਾਂਦੇ ਆ। ਇਹ ਤਾਂ ਇੱਕ ਪਰਿਵਾਰ ਦੀ ਹੋ ਕੇ ਰਹਿ ਗਈ, ਸੰਗਤਾਂ ਦੀ ਤਾਂ ਰਹੀ ਨਹੀਂ, ਸਿੱਖਾਂ ਦੀ ਤਾਂ ਰਹੀ ਨਹੀਂ ਇਹ ਪਾਰਟੀ। ਦੇਖੋ ਜੀ, ਇਹਦੇ 'ਚ ਕਿਸੇ ਵੀ ਪਾਰਟੀ ਨੂੰ ਤੁਸੀਂ ਇਸ ਗੱਲ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਚਾਹੇ ਸਾਡੀਆਂ ਜਿਹੜੀਆਂ ਇਹ ਸਟੇਟ ਪਾਰਟੀਆਂ ਨੇ, ਚਾਹੇ ਸਾਡੀਆਂ ਨੈਸ਼ਨਲ ਪੂਰੇ ਹਿੰਦੁਸਤਾਨ ਦੇ ਪੱਧਰ ਦੀਆਂ ਪਾਰਟੀਆਂ ਨੇ, ਉਹਨਾਂ ਨੇ ਜੀ ਬੱਚੇ ਸਾਰਿਆਂ ਦੇ ਅੱਗੇ ਆ ਰਹੇ ਨੇ। ਦੇਖੋ, ਇੱਕ ਗੱਲ ਸੁਤੇ ਸਿੱਧੀ ਗੱਲ ਆ ਜੀ, ਅਸੀਂ ਜ਼ਿਮੀਂਦਾਰਾ ਕਰਦੇ ਹਾਂ ਤਾਂ ਸਾਡੇ ਬੱਚੇ ਸਾਡੇ ਮਗਰ ਜ਼ਿਮੀਂਦਾਰਾ ਕਰਦੇ ਨੇ। ਜਿਹੜਾ ਕੋਈ ਡਿਪਟੀ ਕਮਿਸ਼ਨਰ ਆ, ਉਹਦੇ ਬੱਚੇ ਦੀ ਉਹਦੀ ਕੋਸ਼ਿਸ਼ ਹੁੰਦੀ ਆ, ਡੀਸੀ ਦੀ, ਵੀ ਮੇਰਾ ਬੱਚਾ ਡੀਸੀ ਤਾਂ ਲੱਗ ਜਾਵੇ ਨਾ। ਸੁਤੇ ਸਿੱਧੀ ਗੱਲ ਆ, ਜਦੋਂ ਇਹ ਬਚਪਨ ਦੇ ਵਿੱਚੋਂ ਹੀ ਲੋਕਾਂ ਦੇ ਵਿੱਚ ਜਾਣਾ ਸ਼ੁਰੂ ਕਰ ਦਿੰਦੇ ਨੇ, ਤਾਂ ਉੱਥੇ ਇਹ ਜ਼ਰੂਰ ਹੁੰਦੀ ਆ। ਪਰਿਵਾਰ ਜੇ ਹੁਣ ਮੈਂ ਤਾਂ ਕੋਈ ਪਰਿਵਾਰ 'ਚੋਂ ਨਹੀਂ ਨਾ ਹੈਗਾ, ਨਾ ਤਾਂ ਮੈਂ ਸਰਦਾਰ ਪ੍ਰਕਾਸ਼ ਸਿੰਘ ਦੇ ਬਾਦਲ ਦਾ ਕੋਈ ਮੈਂ ਰਿਸ਼ਤੇਦਾਰ ਆ ਉਹਨਾਂ ਦਾ, ਨਾ ਮੈਂ ਉਹਨਾਂ ਦੇ ਕੋਈ ਹੋਰ ਨੇੜੇ ਦਾ, ਮੈਂ ਇੱਕ ਸਧਾਰਨ ਕਿਸਾਨਾਂ ਦਾ ਬੱਚਾ, ਤੇ ਮੈਨੂੰ ਵੀ ਤਾਂ ਉਹਨਾਂ ਨਵਾਜਿਆ ਹੋਇਆ। ਕਿੰਨੇ ਲੋਕਾਂ ਦੀ ਉਦਾਹਰਨ ਦਿੱਤੀ ਜਾ ਸਕਦੀ ਹੈ, 2-4 ਉਹਨਾਂ ਦੇ ਆਪਦੇ ਕੋਈ ਰਿਸ਼ਤੇਦਾਰ ਹੋ ਸਕਦੇ, ਸਾਰੇ ਤਾਂ 117 ਐਮਐਲਏਆਂ ਦੇ ਵਿੱਚੋਂ ਸਾਰੇ ਤਾਂ ਬਾਦਲ ਸਾਹਿਬ ਦਾ ਨਹੀਂ ਹੋ ਸਕਦੇ। ਸਿੰਘ ਸਾਹਿਬ, ਜੇ ਗੱਲ ਕਰੀਏ ਤਾਂ ਅੰਤਰਿੰਗ ਕਮੇਟੀ ਦੇ ਕੀ ਕੰਮ ਹੁੰਦੇ ਨੇ? ਕਿੱਥੇ ਜਾ ਕੇ ਅੰਤਰਿੰਗ ਕਮੇਟੀ ਕਿੰਨਾ ਪੈਸਾ ਲਾ ਸਕਦੀ ਹੈ? ਕਿਹੜੇ ਪਿੰਡ ਦੇ ਵਿੱਚ, ਕਿਹੜੇ ਗੁਰਦੁਆਰੇ ਦੇ ਵਿੱਚ ਕਿੰਨਾ ਪੈਸਾ ਲਾ ਸਕਦੀ ਹੈ? ਅੰਤਰਿੰਗ ਕਮੇਟੀ ਦੇ ਕੀ ਕੰਮ ਹੁੰਦੇ ਨੇ? ਤੁਸੀਂ ਉਹਦੇ ਮੈਂਬਰ ਹੋ ਇੱਕ। ਅਸਲ ਦੇ ਵਿੱਚ ਨਾ ਜੀ ਗੱਲ ਕੀ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਆਧਾਰ ਹੈ, ਉਹ ਹੈ ਧਰਮ ਦਾ ਪ੍ਰਚਾਰ ਕਰਨਾ, ਧਰਮ ਦਾ ਪ੍ਰਸਾਰ ਕਰਨਾ। ਜਿਹੜੇ ਇਹੀ ਸਾਡੀ ਜ਼ਿੰਮੇਵਾਰੀ ਅਸਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਇਹ ਹੈ ਵੀ ਅਸੀਂ ਪਿੰਡਾਂ ਦੇ ਵਿੱਚ ਜਾਈਏ, ਪ੍ਰਚਾਰ ਕਰੀਏ, ਅੰਮ੍ਰਿਤ ਛਕਾਈਏ, ਲੋਕਾਂ ਨੂੰ ਜਿਹੜਾ ਇਹ ਸਾਡਾ ਧਾਰਮਿਕ ਸਾਹਿਤ ਆ ਉਹ ਦੀਏ, ਲੋਕਾਂ ਨੂੰ ਗੁਰਬਾਣੀ ਪੜ੍ਹਨ ਵਾਸਤੇ ਪ੍ਰੇਰੀਏ, ਲੋਕਾਂ ਨੂੰ ਅੰਮ੍ਰਿਤ ਛਕਣ ਵਾਸਤੇ ਪ੍ਰੇਰੀਏ। ਅਸਲ ਜਿਹੜਾ ਸਾਡਾ ਮਕਸਦ ਹੈ ਇਹ ਹੈ। ਪਰ ਜਿਵੇਂ ਹਾਲਾਤ ਬਦਲਦੇ ਜਾਂਦੇ ਆ, ਉਹਦੇ ਮੁਤਾਬਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ, ਕਿਉਂਕਿ ਅਸੀਂ ਆ, ਤੁਸੀਂ ਹੋ, ਸਾਰੇ ਆਪਾਂ ਹੀ ਆ ਨਾ ਉਹਦੇ ਵਿੱਚ, ਉਹਦੇ ਮੁਤਾਬਕ ਫਾਰ ਐਗਜ਼ਾਮਪਲ ਉੱਥੇ ਕਿਸਾਨ ਮੋਰਚਾ ਦਿੱਲੀ ਲੱਗ ਗਿਆ, ਉੱਥੇ ਕੈਜੂਅਲਟੀ ਹੋਣੀ ਸ਼ੁਰੂ, ਉੱਥੇ ਜ਼ਿਮੀਂਦਾਰ ਲੇਬਰ ਵਾਲੇ ਬੰਦੇ ਉੱਥੇ ਸ਼ਹੀਦ ਹੋਣੇ ਸ਼ੁਰੂ ਹੋ ਗਏ, ਹੈ ਨਾ ਜੀ। ਉੱਥੇ ਤੰਗ ਹੋਏ, ਗਰਮੀ ਬਹੁਤ ਜ਼ਿਆਦਾ ਸੀ, ਠੰਡ ਬਹੁਤ ਜ਼ਿਆਦਾ ਸੀ, ਹੁਣ ਫਿਰ ਉੱਥੇ ਤਕਲੀਫ ਹੈ। ਉਹ ਜਿਹੜੇ ਬੰਦੇ ਸੀ, ਅਸੀਂ ਐਸਜੀਪੀਸੀ ਨੇ ਸੋਚਿਆ ਵੀ ਇਹਨਾਂ ਨੂੰ ਹਰ ਜਿਹੜਾ ਉੱਥੋਂ ਬੰਦਾ ਉੱਥੇ ਉਹਦੀ ਮੌਤ ਹੁੰਦੀ ਆ, ਉਹਨੂੰ 1 ਲੱਖ ਰੁਪਏ ਦੀ ਮਾਇਕ ਤੌਰ ਦੇ ਉੱਤੇ ਸਹਾਇਤਾ ਦਿੱਤੀ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਮੈਂ ਇਸ ਗੱਲ ਦਾ ਬੜਾ ਥੈਂਕਸ ਕਰਦਾ ਸਾਡੀ ਐਸਜੀਪੀਸੀ ਦੇ, ਚਾਹੇ ਮਾਨਯੋਗ ਪ੍ਰਧਾਨ ਜੀ, ਮੈਂ 3-4 ਪ੍ਰਧਾਨਾਂ ਨਾਲ ਕੰਮ ਕੀਤਾ, ਮੱਕੜ ਸਾਹਿਬ ਨਾਲ ਕੰਮ ਕੀਤਾ, ਫਿਰ ਮੈਂ ਬਡੂੰਗਰ ਸਾਹਿਬ ਨਾਲ ਵੀ ਕੰਮ ਕੀਤਾ, ਲੌਂਗੋਵਾਲ ਸਾਹਿਬ ਨਾਲ ਵੀ ਕੰਮ ਕੀਤਾ, ਦੂਸਰੀ ਟਰਮ ਮੈਂ ਬੀਬੀ ਜਗੀਰ ਕੌਰ ਦੇ ਨਾਲ ਕੰਮ ਕਰ ਰਿਹਾ। ਤਕਰੀਬਨ ਔਨ ਰਿਕਾਰਡ 1,30,00,000 ਦੇ ਕਰੀਬ ਰੁਪਈਆ ਅਸੀਂ ਜਿਹੜਾ ਹੈ ਇੱਥੇ ਲਿਆ ਕੇ ਦਿੱਤਾ। ਹਰ ਗੁਰਦੁਆਰਾ ਸਾਹਿਬ ਜਿਹੜੇ ਸਾਡੇ ਦਲਿਤ ਭਰਾਵਾਂ ਨੇ, ਜਿਹੜੇ ਮੈਂ ਨਿੱਜੀ ਤੌਰ ਦੇ 'ਤੇ ਚਾਹੁੰਦਾ ਨਹੀਂ ਸੀ ਵੀ ਬਣਨ,
ਪਰੰਤੂ ਹੁਣ ਇਹ ਜਦੋਂ ਬਣ ਚੁੱਕੇ ਨੇ, ਇਹਦੇ ਫਿਰ ਮੇਰੇ ਮਨ ਦੀ ਸ਼ੈ ਹੁੰਦੀ ਆ ਵੀ ਇਹਨਾਂ ਦਾ ਸਾਂਭ ਸੰਭਾਲ ਕੀਤੀ ਜਾਵੇ। ਇਹਨਾਂ ਨੂੰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਜੀ ਅਸੀਂ ਬੇਲ ਲਿਆ ਕੇ ਦਿੱਤੀ ਹੈ। ਤਕਰੀਬਨ ਮੈਂ ਆਮ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਨੂੰ ਅਸੀਂ 50-50 ਹਜ਼ਾਰ ਦਾ ਮਟੀਰੀਅਲ ਵੀ ਲੈ ਕੇ ਦਿੱਤਾ। ਬਹੁਤ ਗੁਰਦੁਆਰਾ ਸਾਹਿਬਾਨ ਦੇ ਵਿੱਚ ਅਸੀਂ ਲਾਇਬ੍ਰੇਰੀਆਂ ਨੇ ਜਿਹੜੀਆਂ ਉਹ ਜਿੱਥੇ-ਜਿੱਥੇ ਵੀ ਮੰਗੀਆਂ ਉੱਥੇ ਦੇ ਲਿਆ ਕੇ ਦਿੱਤੀਆਂ ਨੇ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਕਿ ਭਦੌੜ ਸਾਨੂੰ ਹਰ ਵਾਰ ਇਹ ਕਿਹਾ ਜਾਂਦਾ ਸੀ ਵੀ ਇੱਥੇ ਕਾਲਜ ਬਣਾਓ। ਨਾ ਕਿਸੇ ਕਾਂਗਰਸ ਨੇ ਬਣਾਇਆ, ਨਾ ਕਿਸੇ ਨੇ ਹੋਰ ਬਣਾਇਆ। ਜਦੋਂ ਮੈਂ ਉੱਥੋਂ ਪਹਿਲੀ ਵਾਰ ਮੈਂਬਰ ਬਣਿਆ ਤੇ ਮੈਂ ਧੰਨਵਾਦ ਕਰਦਾਂਗਾ ਉਸ ਵੇਲੇ ਜਥੇਦਾਰ ਅਵਤਾਰ ਸਿੰਘ ਜੀ ਸਨ ਪ੍ਰਧਾਨ, ਸਰ ਸੁਖਬੀਰ ਸਿੰਘ ਬਾਦਲ ਭਦੌੜ ਆਏ। ਅਸੀਂ ਮੰਗ ਰੱਖੀ ਵੀ ਲੋਕ ਸਾਡੇ ਕਾਲਜ ਨਹੀਂ, ਉਹਨਾਂ ਨੇ ਉਸੇ ਵੇਲੇ ਕਾਲਜ ਇੱਥੇ ਪ੍ਰਵਾਨ ਕਰਾਇਆ। ਮੀਰੀ ਪੀਰੀ ਖਾਲਸਾ ਕਾਲਜ ਜਿਹਦੇ ਬੜੇ ਅੱਛੇ ਰਿਜ਼ਲਟ ਆ ਰਹੇ ਨੇ, ਉਹ ਉੱਥੋਂ ਜਿਹੜਾ ਹੈ ਇੱਥੇ ਬਣਾਇਆ। ਅੱਜ ਉਹ ਬੰਦ ਹੋਣ ਦੀ ਕਗਾਰ ਤੇ ਪਿਆ ਗਾ, ਤਨਖਾਹਾਂ ਨਹੀਂ ਮਿਲ ਰਹੀਆਂ ਟੀਚਰਾਂ ਨੂੰ, ਉਹਦਾ ਫਿਰ ਕੀ ਹੱਲ ਹੋਊਗਾ? ਉਹਦਾ ਹੱਲ ਜੀ ਇਹ ਹੈ, 3 ਸਾਲ ਤੋਂ ਔਨ ਰਿਕਾਰਡ ਮੈਂ ਢਿੱਲੋਂ ਸਾਹਿਬ ਤੁਹਾਨੂੰ ਗੱਲ ਦੱਸਦਾ, 3 ਸਾਲ ਪਹਿਲਾਂ ਸਾਡਾ ਕੁਛ ਪ੍ਰਿੰਸੀਪਲ ਸਾਹਿਬ ਸੀ ਜਿਹੜੇ ਉਹ ਦੂਰੋਂ ਆਉਂਦੇ ਸੀ, ਉਹ ਠੀਕ ਢੰਗ ਨਾਲ ਡੀਲ ਨਾ ਕਰ ਸਕੇ, ਬੱਚਿਆਂ ਦੀ ਗਿਣਤੀ ਘਟ ਗਈ। ਇਹ ਜਿਹੜਾ ਸਾਡਾ ਇਹ ਬਿਲਕੁਲ ਤੁਹਾਡੀ ਗੱਲ ਸੀ, 35 ਲੱਖ ਰੁਪਇਆ ਸਾਡਾ ਇਹ ਕਾਲਜ ਆ ਜਿਹੜਾ ਭਦੌੜ ਵਾਲਾ, ਇਹ ਉਹਦਾ ਲੈਣ ਦੇਣ ਦੇਣਦਾਰੀ। ਪਰ 3 ਸਾਲਾਂ ਤੋਂ ਬਾਅਦ ਅਸੀਂ ਉੱਥੇ ਇੱਕ ਜਿਹੜੇ ਪ੍ਰੋਫੈਸਰ ਸਨ ਮਲਵਿੰਦਰ ਸਿੰਘ ਜੀ, ਉਹਨਾਂ ਨੂੰ ਚਾਰਜ ਦਿੱਤਾ ਪ੍ਰਿੰਸੀਪਲ ਦਾ। ਉਹਨਾਂ ਨੇ ਇੰਨੀ ਮਿਹਨਤ ਕਰੀ, ਇਸ ਵੇਲੇ ਔਨ ਰਿਕਾਰਡ ਮੈਂ ਤੁਹਾਨੂੰ ਗੱਲ ਦੱਸਦਾ, ਤੁਸੀਂ ਚੈੱਕ ਕਰ ਸਕਦੇ ਹੋ ਵੀ ਉਹ ਜਿਹੜਾ 3 ਲੱਖ ਸਾਲਾਂ ਪਹਿਲਾਂ ਦਾ ਕਸਾਰਾ ਪਿਆ ਵਾ ਸੀ, ਘਾਟਾ ਸੀ, ਉਹ ਜ਼ਰੂਰ ਖੜਾ। ਅੱਜ ਸਾਡਾ ਕਾਲਜ ਉਹ ਬੈਲੈਂਸ ਹੋ ਗਿਆ। ਇਹ ਔਨ ਰਿਕਾਰਡ ਗੱਲ ਹੈ। ਉਹ ਜਿਹੜਾ 35 ਲੱਖ ਰੁਪਈਆ ਵੀ ਆ, ਉਹ ਅਸੀਂ ਅਗਲੀ ਸਾਡੀ ਮੀਟਿੰਗ ਹੋਣੀ ਆ, ਉਹਦੇ 'ਚ ਕਰਕੇ ਅਸੀਂ ਇਹਨੂੰ ਜਿਹੜਾ ਬੈਲੈਂਸ ਕਰ ਦੇਣਾ। ਮਿਹਨਤ ਕਰ ਰਿਹਾ ਸਾਡਾ ਸਟਾਫ ਹੈ। ਸਕੂਲ ਕਾਲਜਾਂ ਦੇ ਵਿੱਚ ਤਾਂ ਤੁਹਾਨੂੰ ਪਤਾ ਵੀ +2 ਕਰਨ ਤੋਂ ਬਾਅਦ ਬੱਚੇ ਜਿਹੜੇ ਸਾਰੇ ਆਈਲੈਟ ਕਰਕੇ ਬਾਹਰ ਨਹੀਂ ਜਾਂਦੇ ਸੀ, ਸਾਰੇ ਹੀ ਕਾਲਜ ਡਾਊਨ ਚਲੇ ਗਏ। ਸਰਕਾਰੀ ਕਾਲਜ ਸੀ ਚਾਹੇ ਕੋਈ ਪ੍ਰਾਈਵੇਟ ਸੀ, ਸਾਰਿਆਂ 'ਚ ਹੀ ਤਕਰੀਬਨ ਆ ਗਿਆ। ਪਰੰਤੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਕੀ ਗੋਲਕ ਦਾ ਜਿਹੜਾ ਸੀ ਖਜ਼ਾਨੇ ਦਾ ਮੂੰਹ ਇਹਨਾਂ ਕਾਲਜਾਂ ਵਾਸਤੇ ਵੀ ਖੋਲ੍ਹਿਆ। ਤੇ ਮੇਰਾ ਤੁਹਾਡੇ ਨਾਲ ਵਾਅਦਾ ਵੀ ਕਾਲਜ ਕਦੀ ਬੰਦ ਨਹੀਂ ਹੋ ਸਕੂਗਾ। ਗਹਿਲਾਂ ਵਾਲੇ ਕਾਲਜ ਦੀ ਮੁਸ਼ਕਲ ਆ ਗਈ ਸਾਨੂੰ, ਉੱਥੇ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਆ, ਉਹ ਜ਼ਰੂਰ ਸਾਨੂੰ ਹੋ ਗਿਆ ਸੀ। ਇੱਕ ਤਾਂ ਸੀ ਨੇੜੇ ਕਾਲਜ ਇਹ ਸ਼੍ਰੀ ਸ਼੍ਰੋਮਣੀ ਕਮੇਟੀ ਦੇ। ਤੁਹਾਡੇ ਇੱਥੇ ਢਿਲਵਾਂ ਗੌਰਮੈਂਟ ਕਾਲਜ ਹੈ, ਭਗਤੇ SGPC ਦਾ ਕਾਲਜ ਹੈ, TPD ਕਾਲਜ ਫੂਲ ਹੈ, ਇਹ ਸਾਰੇ 20 ਕਿਲੋਮੀਟਰ, ਬਰਨਾਲਾ ਹੈ, ਸੰਘੇੜਾ ਹੈ, ਇਹ ਸਾਰੇ 20 ਕਿਲੋਮੀਟਰ ਦੀ ਰੇਂਜ ਸੀਗੇ। ਇਹਦਾ ਕਰਕੇ ਨਾ ਆ ਗਿਆ ਸੀ, ਪਰੰਤੂ ਅਸੀਂ ਉਹਨੂੰ ਕਾਲਜ ਨੂੰ ਚਾਲੂ ਵੀ ਰੱਖਿਆ ਤੇ ਉਹਦਾ ਵੀ ਮਾਨਯੋਗ ਬੀਬੀ ਜਗੀਰ ਕੌਰ ਜੀ ਪ੍ਰਧਾਨ ਸਾਹਿਬ ਨੇ ਉਹਦਾ ਵੀ ਜਿਹੜਾ ਘਾਟਾ ਸੀ ਸਾਡਾ ਉਹ ਪੂਰਾ ਹੋ ਰਿਹਾ। ਮੈਂ ਤੁਹਾਡੇ ਨਾਲ ਵਾਅਦਾ, ਆਪਾਂ ਗੱਲ ਕਰਦੇ ਹਾਂ, ਇੱਥੇ ਹੀ ਤੁਸੀਂ ਰਹਿਣਾ, ਇੱਥੇ ਹੀ ਮੈਂ ਰਹਿਣਾ, ਮੈਂ ਕਾਲਜ ਬੰਦ ਨਹੀਂ ਹੋਣ ਦਿੰਦਾ, ਇਹਨੂੰ ਚਲਾਵਾਂਗੇ ਸਫਲਤਾ। ਸਾਹਿਬ ਪ੍ਰਧਾਨ ਦੀ ਗੱਲ ਕਰੀਏ, ਤੁਸੀਂ ਬੀਬੀ ਜੰਗੀਰ ਕੌਰ ਤੇ ਪਿਛਲੇ ਦਿਨੀ ਵੱਡੇ ਆਰੋਪ ਲੱਗ ਜਾਂਦੇ ਨੇ, ਹਨਾ? ਤੁਹਾਡੇ ਮੈਂਬਰ ਹੀ ਲਾਉਂਦੇ ਨੇ ਸ਼੍ਰੋਮਣੀ ਕਮੇਟੀ ਦੇ ਵੱਡੇ ਆਰੋਪ। ਤੇ ਪ੍ਰਧਾਨਗੀ ਦੀ ਚੋਣ ਕਿਵੇਂ ਹੁੰਦੀ ਹੈਗੀ ਸ਼੍ਰੋਮਣੀ ਕਮੇਟੀ ਦੇ ਵਿੱਚ? ਜਿਹੜਾ ਪ੍ਰਧਾਨ ਹੁੰਦਾ ਉਹਦੀ ਚੋਣ ਕੌਣ ਕਰਦਾ? ਦੇਖੋ ਜੀ, ਹਰ ਵਾਰ ਜਦੋਂ ਵੀ ਪ੍ਰਧਾਨ ਦੀ ਇਲੈਕਸ਼ਨ ਹੋਣੀ ਹੁੰਦੀ ਹੈ, ਸਾਨੂੰ ਕੱਲੇ ਮੈਂਬਰ ਤੋਂ ਉੱਥੇ ਬੈਠ ਕੇ ਪੁੱਛ ਕੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਾਡੇ ਨਾਲ ਗੱਲ ਕਰਦਾ ਹੈ। ਹਰ ਬੰਦੇ ਦੇ ਵਿਊ ਲਈ ਜਾਂਦੇ ਨੇ ਵੀ ਕੌਣ ਚਾਹੁੰਦਾ। ਬੜੀ ਸੱਚਮੁੱਚ ਮੈਂ ਕਹਿੰਦਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨਾਂ ਵਿੱਚ, ਮੈਨੂੰ ਕਿਸੇ ਦਾ ਤਾਂ ਨਹੀਂ ਮੈਂ ਕਹਿ ਸਕਦਾ, ਮੈਂ ਆਪਣੀ ਗੱਲ ਜ਼ਰੂਰ ਛਾਤੀ ਤੇ ਹੱਥ ਰੱਖ ਕੇ ਕਹਿੰਦਾ ਵੀ ਮੈਂ ਕਦੀ ਵੀ ਆਪਣੀ ਰਾਏ ਮੈਂ ਦਿੰਦਾ ਵੀ ਹਾਂ ਤੇ ਉਹ ਬੜਾ ਧਿਆਨ ਨਾਲ ਸੁਣਦੇ ਵੀ ਨੇ। ਕਦੀ ਵੀ ਐਸਾ ਨਹੀਂ ਹੋਇਆ। ਦੇਖੋ, ਪ੍ਰਕਿਰਿਆ ਤਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤੀ ਆ ਵੀ ਜਦੋਂ ਸਾਨੂੰ ਸ਼੍ਰੋਮਣੀ ਅਕਾਲੀ ਦਲ ਟਿਕਟਾਂ ਦਿੰਦਾ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਦੇ ਟਰੈਕਟਰ ਦੇ ਨਿਸ਼ਾਨ ਦੇ ਉੱਤੇ ਇਲੈਕਸ਼ਨ ਲੜਦੇ ਹਾਂ। ਪਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਾਂ ਫਿਰ ਸਾਡੇ ਤੇ ਦਖਲਅੰਦਾਜ਼ੀ ਤਾਂ ਜੀ ਉਹਨਾਂ ਦੀ ਜਿਹੜੀ ਹੈ ਸਾਡੀ ਪੁੱਛ ਕੇ ਕਰਦੇ ਆ। ਐਸਾ ਕੁਛ ਨਹੀਂ ਕਰਿਆ ਜਾਂਦਾ ਹੈ। ਸਾਰੀ ਜਿਹੜੀ ਹੈ, ਜੇ ਐਸਾ ਹੁੰਦਾ ਤਾਂ ਮੈਂ 15 ਸਾਲਾਂ ਬਾਅਦ ਮੈਂ ਹੁਣ ਅੰਤਰਿੰਗ ਮੈਂਬਰ ਬਣਿਆ। ਮੇਰੀ ਕੋਸ਼ਿਸ਼ ਹਮੇਸ਼ਾ ਰਹੀ ਹੈ ਵੀ ਅੱਛਾ ਕੀਤਾ ਜਾਵੇ। ਜੋ SGPC ਦੇ ਨਿਯਮ ਨੇ ਗੁਰਸਿੱਖਾਂ ਦੇ, ਉਹ ਮੈਂ ਕੋਸ਼ਿਸ਼ ਕਰਦਾ। ਪਰੰਤੂ ਜਿਹੜਾ ਹੈ ਹੁਣ ਮੇਰੀ ਉੱਥੇ ਮੈਨੂੰ ਉਹਨਾਂ ਨੇ ਹੁਣ ਸੇਵਾ ਦਾ ਮੌਕਾ ਦਿੱਤਾ, ਮੈਨੂੰ ਕੋਈ ਇਤਰਾਜ਼ ਨਹੀਂ। ਬੜੀ ਸੋਹਣੀ ਪ੍ਰਕਿਰਿਆ ਨਾਲ, ਸੱਚਮੁੱਚ ਹਰ ਗੱਲ ਪ੍ਰਕਿਰਿਆ ਦੇ ਨਾਲ ਹੁੰਦੀ ਆ। ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਜਨਰਲ ਸਕੱਤਰ, ਉਹ ਤੋਂ ਸਾਰਾ ਕੁਛ ਪੁੱਛ ਕੇ ਕੀਤਾ ਜਾਂਦਾ, ਸਾਰਿਆਂ ਦੀ ਰਾਏ ਲੈ ਕੇ ਕੀਤਾ ਜਾਂਦਾ। 3 ਦਿਨ ਅਸੀਂ ਲਗਾਤਾਰ ਸਰਦਾਰ ਸੁਖਬੀਰ ਸਿੰਘ ਬਾਦਲ, ਪਹਿਲਾਂ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਸੁਣਦੇ ਸੀ, ਹੁਣ ਸਰਦਾਰ ਸੁਖਬੀਰ ਸਿੰਘ ਬਾਦਲ ਸੁਣਦੇ ਨੇ। ਉਸ ਤੋਂ ਬਾਅਦ ਦੇ ਵਿੱਚ ਇਹ ਫੈਸਲਾ ਹੁੰਦਾ ਵੀ ਕਿਹਨੂੰ ਇਸ ਵਾਰ ਪ੍ਰਧਾਨ ਜਾਂ ਜਿਹੜੀ ਉਹਦੀ ਅੰਤਰਿੰਗ ਕਮੇਟੀ ਹੈ ਕਿਹਨੂੰ ਬਣਾਇਆ ਜਾਵੇ। ਜੀ ਗੱਲ ਕਰੀਏ ਤਾਂ ਪਿਛਲੇ ਸਾਲ ਦੇ ਵਿੱਚ 328 ਸਰੂਪਾਂ ਦਾ ਰੌਲਾ ਪੈ ਜਾਂਦਾ। ਸ਼੍ਰੋਮਣੀ ਕਮੇਟੀ ਵੱਲੋਂ ਟਾਸਕ ਫੋਰਸ ਸੱਦੀ ਜਾਂਦੀ ਆ। ਉੱਥੇ ਹਾਲਾਂਕਿ ਪੱਤਰਕਾਰਾਂ ਦੇ ਉੱਪਰ ਵੀ ਹਮਲਾ ਹੋ ਜਾਂਦਾ ਗਾ ਤੇ ਪੱਤਰਕਾਰਾਂ ਨੂੰ ਵੀ ਕੁੱਟਿਆ ਜਾਂਦਾ ਜਿਹੜੇ ਸਵਾਲ ਜਵਾਬ ਕਰਨ ਵਾਲੇ ਹੁੰਦੇ ਨੇ। ਫਿਰ ਇਹਨਾਂ ਦਾ ਕੋਈ ਹੈਗਾ ਵਜੂਦ ਵੀ ਹਾਂ ਯਾਰ ਅਸੀਂ ਸਵਾਲ ਵੀ ਨਹੀਂ ਕਰ ਸਕਦੇ ਕਿਸੇ ਨੂੰ? ਨਹੀਂ, ਬਿਲਕੁਲ ਜੀ। ਤੁਹਾਨੂੰ ਜਿਹੜਾ ਹੈ ਪੱਤਰਕਾਰ, ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਵੀ ਤੁਸੀਂ ਸਵਾਲ ਕਰਨ ਦਾ ਤੁਹਾਡਾ ਰਾਈਟ ਹੈ, ਸਾਡਾ ਜਵਾਬ ਦੇਣਾ ਹੱਕ ਬਣਦਾ ਵੀ ਤੁਹਾਡੀ ਅਸੀਂ ਗੱਲ ਦੀ। ਜਿਹੜੀ ਗੱਲ ਤੁਸੀਂ ਦਰਬਾਰ ਸਾਹਿਬ ਦੀ ਗੱਲ ਕਰਦੇ ਹੋ, ਉੱਥੇ ਉਸ ਵੇਲੇ ਜੀ ਬਹੁਤ ਦਾਦੂਵਾਲ ਨੇ ਵੀ, 2 ਵਾਰੀ 3 ਵਾਰੀ 4 ਵਾਰੀ 5 ਵਾਰੀ 6 ਵਾਰੀ 7 ਵਾਰੀ 8 ਵਾਰੀ 9 ਵਾਰੀ 10 ਵਾਰੀ 11 ਵਾਰੀ 12 ਵਾਰੀ 13 ਵਾਰੀ 14 ਵਾਰੀ 15 ਵਾਰੀ 16 ਵਾਰੀ 17 ਵਾਰੀ 18 ਵਾਰੀ 19 ਵਾਰੀ 20 ਵਾਰੀ 21 ਵਾਰੀ 22 ਵਾਰੀ 23 ਵਾਰੀ 24 25 26 27 28 29 30 31 32 33 34 35 36 37 38 39 40 41 42 43 44 45 46 47 48 49 50 51 52 53 54 55 56 57 58 59 60 61 62 63 64 65 66 67 68 69 70 71 72 73 74 75 76 77 78 79 80 81 82 83 84 85 86 87 88 89 90 91 92 93 94 95 96 97 98 99 100 101 102 103 104 105 106 107 108 109 110 111 112 113 114 115 116 117 118 119 120 121 122 123 124 125 126 127 128 129 130 131 132 133
ਬਹੁਤ ਵੱਡਾ ਇਕੱਠ ਹੋਇਆ ਸੀ। ਹੋਰ ਵੀ ਜਿਹੜੇ ਸੀਗੇ ਉੱਥੇ ਜਥੇਦਾਰ ਸਾਹਿਬਾਨ ਆਏ ਸੀ, ਉਹਨਾਂ ਨੇ ਇਹ ਗੱਲ ਕਹੀ ਸੀ ਬਈ ਪ੍ਰੋਟੈਸਟ ਜ਼ਰੂਰ ਕਰਨਾ ਚਾਹੀਦਾ, ਪਰ ਦਰਬਾਰ ਸਾਹਿਬ ਦੇ ਵਿੱਚ ਬੈਠ ਕੇ ਕਿਸੇ ਨੂੰ ਜ਼ਿੰਦਾਬਾਦ ਮੁਰਦਾਬਾਦ ਕਰਨਾ ਇਹ ਕੋਈ ਵਧੀਆ ਗੱਲ ਨਹੀਂ ਸੀ। ਉਹ ਲੋਕਾਂ ਦੇ ਅਸਲ ਦੇ ਵਿੱਚ ਕੀ ਗੱਲ ਸੀ ਵੀ ਉਹ ਲੋਕਾਂ ਦੇ ਮਗਰ ਵੀ ਸਰਕਾਰ ਦੀ ਚਾਲ ਸੀ ਵੀ ਕਿਸੇ ਢੰਗ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕੀਤਾ ਜਾਵੇ। ਤਾਂ ਕਿ ਦੇਖੋ ਉੱਥੇ ਹੋਈ ਆ, ਬਿਲਕੁਲ ਤੁਸੀਂ ਕਹਿੰਦੇ ਹੋ ਮੈਨੂੰ ਉਸ ਗੱਲ ਦਾ ਵੀ ਨਹੀਂ ਹੈ, ਕੁਛ ਟਾਸਕ ਫੋਰਸ ਵਾਲਿਆਂ ਨੇ ਉੱਤੇ ਬਦਸਲੂਕੀ ਕੀਤੀ, ਉਹਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੱਤਰਕਾਰ ਭਾਈਚਾਰੇ ਤੋਂ ਮਾਫੀ ਮੰਗੀ। ਇਹ ਨਹੀਂ ਹੋਣਾ ਚਾਹੀਦਾ ਸੀ। ਮੈਂ ਇਸ ਗੱਲ ਦੇ ਬਿਲਕੁਲ ਕਦੀ ਹੱਕ ਨਹੀਂ ਨਿੱਜੀ ਤੌਰ ਦੇ ਉੱਤੇ ਵੀ ਦਰਬਾਰ ਸਾਹਿਬ ਦਾ ਕੋਈ ਮਾਹੌਲ, ਪਰੰਤੂ ਸਾਡੇ ਸੱਜਣਾਂ ਨੂੰ ਵੀ ਚਾਹੀਦਾ ਬਾਹਰ ਬਹੁਤ ਜਗ੍ਹਾ ਪ੍ਰੋਟੈਸਟ ਕਰਨ ਨੂੰ। ਇਹ ਪਹਿਲੀ ਵਾਰ ਹੋਇਆ ਸੀ ਕਿ ਦਰਬਾਰ ਸਾਹਿਬ ਦੇ ਵਿੱਚ ਨਾਅਰੇ ਮਾਰੇ ਜਾ ਰਹੇ ਨੇ। ਜਿਹੜੀ ਗੱਲ ਤੁਸੀਂ 328 ਸਰੂਪਾਂ ਦੀ ਗੱਲ ਕਰਦੇ ਹੋ ਜੀ, ਉਹ ਸਰੂਪ ਕਿਤੇ ਕੋਈ ਇੱਕ ਸਰੂਪ ਚੋਰੀ ਹੋਇਆ ਸੀ ਜਵਾਹਰ ਸਿੰਘ ਆਲੇ ਤੋਂ। ਅੱਜ ਤੱਕ ਕੌਮ ਉਹ ਦੇਖੋ ਕਿੱਥੇ ਖੜੀ ਆ। 328 ਸਰੂਪ ਯਾਰ ਕਿੱਥੇ ਕੌਣ ਲੈ ਜੂ, ਕਿੱਥੇ ਕਿਵੇਂ ਬੇਅਦਬੀ ਹੋ ਜੂ, ਕੌਣ ਕਿੱਥੇ ਛੱਡ ਦੂ। ਇਹ ਸਰੂਪ ਜੀ ਐਸਾ ਹੋ ਗਿਆ ਸੀ, ਇਹ ਸੀ ਵੀ ਕੁਛ ਸਰੂਪ ਭੇਟਾ ਰਹਿਤ ਦਿੱਤੇ ਜਾਂਦੇ ਆ ਉੱਥੋਂ, ਕੁਛ ਸਰੂਪ ਹੈ ਜਿਹੜੀ ਭੇਟਾ ਦੇ ਨਾਲ ਦਿੱਤੇ ਆ। ਮੈਂ ਤੇ ਗੁਰਸਿੱਖਾਂ ਨੂੰ ਬੇਨਤੀ ਕਰਦਾ ਹੁੰਦਾ ਵੀ ਤੁਸੀਂ ਜਦੋਂ ਸਤਿਗੁਰੂ ਨੂੰ ਭੇਟਾ ਰਹਿਤ ਮੰਗਦੇ ਹੋ, ਇਹ ਤੇ ਬਹੁਤ ਮਾੜੀ ਗੱਲ ਆ। ਮੇਰੀ ਕੋਸ਼ਿਸ਼ ਰਹੀ ਆ 15 ਸਾਲਾਂ ਦੇ ਵਿੱਚ, ਮੈਨੂੰ ਲੱਗਦਾ ਵੀ 1 ਜਾਂ 2 ਸਰੂਪ ਭੇਟਾ ਰਹਿਤ ਜ਼ਰੂਰ ਆ ਗਏ ਹੋਣਗੇ ਆਪਣੇ ਹਲਕਾ ਭਦੌੜ ਦੇ ਵਿੱਚ। ਨਹੀਂ ਮੈਂ ਜਿਹੜਾ ਵੀ ਕੋਈ ਮੇਰੇ ਕੋਲੇ ਗਿਆ ਮੈਂ ਉਹਨਾਂ ਨੂੰ ਕਹਿੰਦਾ ਵੀ ਭਾਈ ਪੇਮੈਂਟ ਅਸੀਂ ਕਰ ਦਿੰਦੇ ਹਾਂ, ਪਰ ਭੇਟਾ ਰਹਿਤ ਸਰੂਪ ਨਾ ਲੈ ਕੇ ਆਓ। ਉਹ ਜਿਹੜੇ ਜੀ 327 ਸਰੂਪਾਂ ਦਾ ਰੌਲਾ ਸੀ, ਉਹਦੇ 'ਚ ਬੜੀ ਸਖਤ ਕਾਰਵਾਈ ਕੀਤੀ। ਅਜੇ ਤੱਕ ਉਹ ਜਿਹੜੇ ਮੈਂਬਰ ਨਹੀਂ ਆਏ। ਕੁਛ ਕੀਤਾ ਕੀ ਅਸਲ ਦੇ ਵਿੱਚ, ਕੁਛ ਬੰਦਿਆਂ ਨੇ ਨਾ ਕਰਪਸ਼ਨ ਕੀਤੀ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਂ ਦੇ ਉੱਤੇ। ਬੜੀ ਸਾਨੂੰ ਸ਼ਰਮ ਆਉਂਦੀ ਹੈ ਗੱਲ ਕਰਦਿਆਂ ਨੂੰ ਵੀ ਉਹਨਾਂ ਨੇ ਕੀ ਕੀਤਾ ਵੀ ਰਸੀਦਾਂ ਸੀ ਜਿਹੜੀਆਂ ਉਹ ਕੱਟੀਆਂ ਨਹੀਂ, ਪੈਸੇ ਲੈ ਲੈ ਜੇਬ 'ਚ ਪਾਈ ਗਏ। ਅਸਲ ਦੇ ਵਿੱਚ ਔਨ ਰਿਕਾਰਡ ਜਦੋਂ ਉਹ ਆਡਿਟ ਹੋਇਆ, ਉਹ ਜਦੋਂ ਉਹ ਇਹ ਆ ਗਿਆ ਵੀ ਰਹਿਤ ਸਰੂਪ ਕਿੱਥੇ ਨੇ, ਇੰਨੇ ਸਰੂਪਾਂ ਦੀ ਜਿਹੜੀ ਮਾਇਆ ਉਹ ਜਮ੍ਹਾਂ ਨਹੀਂ ਹੋਈ, ਭੇਟਾ ਨਹੀਂ ਜਮ੍ਹਾਂ ਹੋਈ। ਸਰੂਪ ਗੁਰਦੁਆਰਾ ਸਾਹਿਬਾਨ ਦੇ ਵਿੱਚ ਹੀ ਗਏ ਨੇ। ਕਿਤੇ ਐਸਾ ਨਹੀਂ ਹੋਇਆ ਵੀ ਐਂ ਕਿਤੇ ਹੋ ਸਕਦਾ ਢਿੱਲੋਂ ਸਾਹਿਬ ਵੀ 328 ਸਰੂਪਾਂ ਦੀ ਬੇਅਦਬੀ ਹੋ ਜੇ, ਸਿੱਖ ਜਗਤ ਨੂੰ ਪਤਾ ਨਹੀਂ ਲੱਗ। ਇੱਕ ਸਰੂਪ ਦੀ ਬੇਅਦਬੀ ਤੁਹਾਨੂੰ ਮੈਂ ਦੱਸਿਆ ਵੀ ਹੋਈ ਆ ਉੱਥੇ, ਖਹਿੜਾ ਨਹੀਂ ਸੁੱਟ ਰਿਹਾ ਕਿਸੇ ਦਾ ਵੀ ਉਸ ਗੱਲ ਦੇ ਵਿੱਚ। ਉਹ ਜੀ ਇਹਦੇ ਵਿੱਚ ਵੀ ਪੋਲੀਟੀਕਲ ਚਾਲਾਂ ਸੀਗੀਆਂ, ਐਸਾ ਨਹੀਂ ਕੁਛ ਹੈ। ਨਹੀਂ ਇਹ ਨਹੀਂ ਹੈਗਾ, ਇਹ ਗਲਤ ਸੀਗਾ। ਜਿਹੜੇ ਜਿਹੜੇ ਲੋਕਾਂ ਨੇ ਉੱਥੇ ਧਰਨੇ ਲਾਏ ਨੇ, ਜਿਹੜੇ ਲੋਕਾਂ ਨੇ ਉੱਥੇ ਜਿੰਦਾਬਾਦ ਮੁਰਦਾਬਾਦ ਕਰੀ ਆ, ਫਿਰ ਉਹ ਝੂਠੇ ਨੇ? ਮੈਂ ਝੂਠੇ ਨਹੀਂ ਮੈਂ ਕਹਿੰਦਾ, ਬਿਲਕੁਲ ਨਹੀਂ ਕਹਿੰਦਾ ਜੀ, ਮੇਰਾ ਨਹੀਂ ਹੱਕ ਬਣਦਾ ਜੀ। ਮੈਂ ਸਾਡੇ ਗੁਰਸਿੱਖ ਭਰਾ ਨੇ, ਉਹ ਉਹਨਾਂ ਦੇ ਜੀ ਉਹ ਸਾਰਾ ਸਿਸਟਮ ਗਲਤ ਸੀ। ਜਦੋਂ ਅਸੀਂ ਉਹਨਾਂ ਨੂੰ, ਮੈਂ ਵੀ ਉੱਥੇ ਜਾਂਦਾ ਰਿਹਾ, ਅਸੀਂ ਉਹਨਾਂ ਨੂੰ ਕਿਹਾ ਸੀ ਵੀ ਯਾਰ ਬੈਠ ਕੇ ਗੱਲ ਕਰੋ, ਕਮੇਟੀ ਬਣਾਓ, ਤੁਸੀਂ ਸਾਡੇ ਨਾਲ ਬੈਠੋ। ਪਰ ਬੰਦਿਆਂ ਨੇ ਜਿਨ੍ਹਾਂ ਨੇ ਨਿਸ਼ਾਨਾ ਹੀ ਇਹ ਮਥਿਆ ਹੋਇਆ ਵੀ ਅਸੀਂ ਤਾਂ ਤੁਹਾਡੀ ਗੱਲ ਨਹੀਂ ਮੰਨਣੀ, ਅਸੀਂ ਤਾਂ ਤੁਹਾਨੂੰ ਬਦਨਾਮ ਹੀ ਕਰਨਾ, ਉਹ ਬੰਦਿਆਂ ਨੂੰ ਬਹੁਤ ਤਰਲੇ ਉਹਨਾਂ ਨੂੰ ਮਹੀਨਾ ਡੇਢ ਮਹੀਨਾ ਬੈਠਣ ਦਾ ਸਮਾਂ ਦਿੱਤਾ ਕਿ ਹਰ ਰੋਜ਼ ਉਹਨਾਂ ਕੋਲੇ ਅਧਿਕਾਰੀ ਜਾ ਕੇ ਬੇਨਤੀ ਕਰਦੇ ਸੀ ਵੀ ਯਾਰ ਤੁਸੀਂ ਆਓ ਸਾਡੇ ਨਾਲ ਬੈਠ ਕੇ ਕਮੇਟੀ ਬਿਠਾ ਲਓ, ਨਾਲ ਬੈਠ ਕੇ ਗੱਲ ਕਰ ਲਓ। ਜੋ ਜਿਹੜੀ ਈਸ਼ਰ ਸਿੰਘ ਹੋਰਾਂ ਦੀ ਰਿਪੋਰਟ ਹੋਈ ਸੀ ਉਹਦੇ ਤੇ ਕਾਰਵਾਈ ਕਰ ਦਿੱਤੀ ਜੀ। ਉਹਨਾਂ ਨੇ ਵੀ ਉਹਦੇ 'ਚ ਵੀ ਤੁਸੀਂ ਫਰੋਲ ਕੇ ਦੇਖ ਲਓ, ਉਹਦੇ 'ਚ ਵੀ ਉਹਨਾਂ ਨੇ ਦੱਸਿਆ ਵੀ ਕਰਪਸ਼ਨ ਦਾ ਮਾਮਲਾ, ਨਾ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਕਿਤੇ ਉਹਨਾਂ ਨੇ ਬੇਅਦਬੀ ਹੋਈ ਆ। ਉਹਨਾਂ ਨੇ ਵੀ ਇਹ ਦੱਸੀ ਆ ਜੀ ਗੱਲ। ਅੱਗੇ ਜੂਨ ਮਹੀਨਾ ਆ ਰਿਹਾ, 1984 ਦੇ ਵਿੱਚ ਬਹੁਤ ਵੱਡਾ ਹਾਦਸਾ ਵਾਪਰਿਆ ਉੱਥੇ। ਅਕਾਲ ਤਖ਼ਤ ਸਾਹਿਬ ਢਹਿ ਢੇਰੀ ਹੋ ਜਾਂਦਾ। ਸ਼੍ਰੋਮਣੀ ਕਮੇਟੀ ਕਿਵੇਂ ਦੇਖਦੀ ਹੈ ਸਾਰੀਆਂ ਜਿਹੜੀਆਂ ਗੱਲਾਂ ਨੇ? ਜੂਨ 84 ਨੂੰ ਕਿਵੇਂ ਦੇਖਦੀ ਹੈ? ਜੂਨ ਦਾ ਮਹੀਨਾ ਆ ਰਿਹਾ ਗਾ, ਉੱਥੇ ਕੀ ਪ੍ਰਬੰਧ ਕਰੇ ਜਾਂਦੇ ਨੇ ਜੂਨ ਮਹੀਨੇ ਦੇ? ਦੇਖੋ ਬੜਾ ਦੁਖਦਾਈ ਹੈ ਜੀ। ਮੈਂ ਉਦੋਂ ਮੇਰੀ 22 ਸਾਲ ਦੀ ਏਜ ਸੀ ਜਦੋਂ ਬਲਿਊ ਸਟਾਰ ਜਿਹੜਾ ਹੈ ਦਰਬਾਰ ਸਾਹਿਬ ਦੇ ਉੱਤੇ ਇਹ ਸਾਕਾ ਹੋਇਆ। ਅਸੀਂ ਉੱਥੋਂ 28 ਮਈ ਨੂੰ ਉੱਥੋਂ ਆਏ ਹਾਂ ਤੇ 1 ਮਈ ਨੂੰ ਜਿਹੜਾ ਹੈ ਇਹ 1 ਜੂਨ ਨੂੰ ਵਾਹਿਗੁਰੂ ਇਹ ਜਿਹੜਾ ਅਟੈਕ ਹੋ ਗਿਆ ਹੈ ਨਾ ਜੀ। ਇਹ ਕਾਂਗਰਸ ਸਰਕਾਰ ਨੇ ਸਾਨੂੰ ਸਿੱਖਾਂ ਨੂੰ ਮਾਰਨ ਵਾਸਤੇ, ਹਮੇਸ਼ਾ ਹੀ ਸੈਂਟਰ ਸਰਕਾਰ ਦੇ ਵਿੱਚੋਂ ਕਾਂਗਰਸ ਦੀ ਸਰਕਾਰ ਜ਼ਿਆਦਾ ਰਹੀ। ਕਾਂਗਰਸ ਨੇ ਪੰਜਾਬ ਨੂੰ ਕਮਜ਼ੋਰ ਕਰਨ ਵਾਸਤੇ, ਸਿੱਖਾਂ ਨੂੰ ਕਮਜ਼ੋਰ ਕਰਨ ਵਾਸਤੇ ਹਰ ਸਮੇਂ ਅਜਿਹੀ ਹੱਥਕੰਡੇ ਅਪਣਾਏ ਨੇ ਵੀ ਇਹਨਾਂ ਨੂੰ ਮਾਰਿਆ ਕਿਵੇਂ ਜਾ ਸਕਦਾ। ਮੁਗਲ ਵੀ ਇਹ ਚਾਹੁੰਦੇ ਸੀ ਵੀ ਦਰਬਾਰ ਸਾਹਿਬ ਨੂੰ ਪੂਰੋ, ਇੱਥੋਂ ਸਿੱਖ ਸ਼ਕਤੀ ਲੈਂਦਾ। ਕਾਂਗਰਸ ਦਾ ਵੀ ਇਹੀ ਕੰਮ ਸੀ ਵੀ ਇੱਥੋਂ ਸਿੱਖ ਸ਼ਕਤੀ ਲੈਂਦਾ। ਮੈਂ ਤਾਂ ਇਹ ਗੱਲ ਕਹਿਣਾ ਵੀ ਜਿਹੜੇ ਅੱਜ ਕਾਂਗਰਸੀ ਲੋਕ ਰੰਧਾਵੇ ਵਰਗੇ ਉੱਥੇ ਬਾਹਾਂ ਚੌੜੀਆਂ ਕਰ ਕਰਕੇ ਸਿੱਧੂ ਵਰਗੇ ਗੱਲਾਂ ਕਰਦੇ ਆ, ਉਹ ਯਾਰ ਤੁਸੀਂ ਤਾਂ 400 ਸਰੂਪ ਉੱਥੇ ਜਲ ਗਿਆ ਸੀ, ਲਾਇਬ੍ਰੇਰੀ ਤੁਸੀਂ ਜਾਲਤੀ, ਹਜ਼ਾਰਾਂ ਬੇਗੁਨਾਹ ਲੋਕ ਜਿਹਦੇ ਤੋਂ ਸਾਡੇ ਜ਼ਿਲ੍ਹਾ ਬਰਨਾਲਾ ਦੇ ਸਘੇੜੇ ਪਿੰਡ ਦੇ ਗੱਡੀ ਲੈ ਕੇ ਗਏ, ਆਪਦੀ ਨਵੀਂ ਗੱਡੀ ਲੈ ਕੇ ਗਏ। ਇੱਕ ਪਰਿਵਾਰ ਦੇ 8-8 ਜੀ ਯਾਰ ਉੱਥੇ ਸ਼ਹੀਦ ਕਰ ਦਿੱਤੇ ਇਹਨਾਂ ਲੋਕਾਂ ਨੇ। ਇਹ ਜੂਨ 84 ਦਾ ਮਹੀਨਾ ਜਦੋਂ ਆਉਂਦਾ, ਸਾਨੂੰ ਮੈਂ ਵੀ ਨਿੱਜੀ ਤੌਰ ਦੇ ਉੱਤੇ ਮੈਂ ਬੜੀ ਤਕਲੀਫ ਮੰਨਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ, ਸਾਰੇ ਜਿਹੜੇ ਦਲ ਪੰਥ ਉੱਥੇ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਉੱਥੇ ਜਾਂਦੀਆਂ ਨੇ, ਉਹਦਾ ਪ੍ਰਬੰਧ ਕਰਨਾ SGPC ਦਾ ਫਰਜ਼ ਬਣਦਾ। ਮੈਂ ਹੋਰ ਵੀ ਬੇਨਤੀ ਕਰਦਾ ਮੇਰੇ ਭਰਾਵਾਂ ਨੂੰ, ਪ੍ਰੋਟੈਸਟ ਕਰਨ ਵਾਸਤੇ ਦਰਬਾਰ ਸਾਹਿਬ ਨਹੀਂ ਠੀਕ ਹੈ। ਦਰਬਾਰ ਸਾਹਿਬ ਦੇ ਵਿੱਚ ਜਾ ਕੇ ਜਿੰਦਾਬਾਦ ਮੁਰਦਾਬਾਦ ਨਹੀਂ ਕਰਨਾ ਚਾਹੀਦਾ। ਪ੍ਰੋਟੈਸਟ ਸਾਨੂੰ ਬਾਹਰ ਕਰਨਾ ਚਾਹੀਦਾ। ਉਦੋਂ ਬੜਾ ਦੁੱਖ ਹੁੰਦਾ ਵੀ ਜਿਹੜੇ ਸਾਡੇ ਉੱਥੇ ਆਪਣੇ ਆਪ ਨੂੰ ਸਿੱਖ ਖਵਾਉਣ ਵਾਲੇ ਲੋਕ ਗੋਲਕਾਂ ਦੇ ਉੱਤੇ ਚੜ੍ਹਦੇ ਆ, ਦੂਜੇ ਦੀਆਂ ਦੂਜਾ ਪੱਗਾਂ ਛਾਲਣ ਦੀ ਕੋਸ਼ਿਸ਼ ਕਰਦੇ ਆ, ਹੱਥੋਂ ਪਾਈ ਹੁੰਦੇ ਆ। ਇਹ ਵੀ ਬੜਾ ਦੁਖਦਾਈ ਗੱਲਾਂ ਨੇ।
ਸ਼੍ਰੋਮਣੀ ਕਮੇਟੀ ਦੀ ਢਿੱਲੋਂ ਸਾਹਿਬ ਇਹ ਜ਼ਿੰਮੇਵਾਰੀ ਬਣਦੀ ਆ ਵੀ ਇਹ ਜਦੋਂ ਉੱਥੇ ਕੋਈ ਉਹਦਾ ਪ੍ਰਬੰਧ ਹੈ ਵੀ ਉੱਥੇ ਕੋਈ ਐਸੇ ਹਾਲਾਤ ਨਾ ਹੋਣ, ਜ਼ਿੰਮੇਵਾਰੀ ਬਣਦੀ ਹੈ ਜੀ, ਉਹ ਪ੍ਰਬੰਧ ਕਰਦੇ ਆ, ਪੂਰਾ ਪ੍ਰਬੰਧ ਕਰਦੇ ਆ। ਹਰ ਵਾਰ ਮੈਂ ਉੱਥੇ ਆਪ ਜਾਂਦਾ, ਇਸ ਵਾਰ ਵੀ ਉੱਥੇ ਆਪ ਜਾਵਾਂਗੇ, ਕੋਸ਼ਿਸ਼ ਕਰਾਂਗੇ ਵੀ ਸੁੱਖ ਸ਼ਾਂਤੀ ਦੇ ਨਾਲ ਹੈ ਜਿਹੜਾ ਸਮਾਗਮ ਨਿਕਲ ਜੇ। ਪਰ ਜਿਹੜੇ ਜ਼ਖਮ ਹੈ ਜਦੋਂ ਜੂਨ 84 ਆਉਂਦਾ ਉਦੋਂ ਹੀ ਨਹੀਂ, ਹਰ ਸਮੇਂ ਜਦੋਂ ਦਰਬਾਰ ਸਾਹਿਬ ਦੀ ਗੱਲ ਆਉਂਦੀ ਹੈ, ਜਦੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਯਾਦ ਕਰਦੇ ਹਾਂ, ਸਾਨੂੰ ਜੂਨ 84 ਦੀਂਦਾ, ਫਿਰ ਸਾਨੂੰ ਅਕਤੂਬਰ ਦਾ ਮਹੀਨਾ ਦੀਂਦਾ। ਜਿਹੜੇ ਲੋਕ ਅੱਜ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ, ਜਿਨ੍ਹਾਂ ਨੇ ਹਜ਼ਾਰਾਂ ਸਿੱਖਾਂ ਨੂੰ ਕੋਹ ਕੇ ਮਾਰਿਆ, ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ, ਅਜੇ ਤੱਕ ਸਾਡੀਆਂ ਬੱਚੀਆਂ ਨੇ ਮਿਲੀਆਂ, ਦਿੱਲੀ ਵਰਗੀ ਰਾਜਧਾਨੀ ਦੇ ਵਿੱਚ ਇੱਕ ਵਿਧਵਾ ਕਲੋਨੀ ਬਣਾਈ ਹੋਈ ਹੈ। ਇਹਨਾਂ ਲੋਕਾਂ ਦੇ ਤਾਂ ਯਾਰ ਕਾਲਾ ਟਿੱਕਾ ਜਾਂ ਤਾਂ ਮੂੰਹ ਕਾਲੇ ਨੇ। ਇਹ ਜਦੋਂ ਗੱਲਾਂ ਕਰਦੇ ਹੁੰਦੇ ਮੈਂ ਤਾਂ ਆਪ ਹੈਰਾਨ ਹੁੰਦਾ, ਮੈਂ ਕਿਹਾ ਕੀ ਗੱਲਾਂ ਕਰੀ ਜਾ ਰਹੇ ਨੇ, ਕੀ ਕਾਂਗਰਸੀਆਂ ਨੂੰ ਇਹ ਅਧਿਕਾਰ ਹੈ ਇਹੋ ਜਿਹੀਆਂ ਗੱਲਾਂ ਕਰਨ ਦਾ, ਜਿਨ੍ਹਾਂ ਨੇ ਇੰਨਾ ਕੁਛ ਕੀਤਾ, ਦਰਬਾਰ ਸਾਹਿਬ ਦੇ ਵਿੱਚ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ ਸੀਗੀਆਂ। ਇਹਨਾਂ ਲੋਕਾਂ ਨੂੰ ਕੋਈ ਅਧਿਕਾਰ ਹੈ ਜੀ? ਕਿਹਾ ਤਾਂ ਇਹ ਵੀ ਜਾਂਦਾ ਵੀ ਉਹ ਤਾਂ ਆਪਣੀ ਬੈਰੀ ਹੋ ਗਏ ਸੀਗੇ, ਆਪਣੀ ਹੱਥ ਖੜੇ ਕਰਕੇ ਬਾਹਰ ਆ ਗਏ ਸੀਗੇ, ਇਹ ਵੀ ਬੜੇ ਦੋਸ਼ ਲੱਗੇ ਨੇ। ਫਿਰ ਉਹਨਾਂ ਨੂੰ ਕੀ ਜਵਾਬ ਦਿਓਗੇ? ਦੇਖੋ ਜੀ, ਜਿਹੜੀ ਗੱਲ ਹੈ ਨਾ, ਕੋਈ ਐਸਾ ਕੁਛ ਨਹੀਂ ਸੀ ਹੈਗਾ। ਬਹੁਤ ਲੋਕ ਸਰਦਾਰ ਸਾਹਿਬ ਅਜਿਹੇ ਨੇ ਜਿਹੜੇ ਜਦੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਦਰਬਾਰ ਸਾਹਿਬ ਬੈਠੇ ਸੀ, ਉਹ ਵੀ ਸਿੱਖ ਸਨ, ਜਿਹੜੇ ਇਹ ਗੱਲ ਕਹਿੰਦੇ ਸੀ ਵੀ ਇਹ ਕਾਂਗਰਸ ਦੇ ਬਿਠਾਏ ਹੋਏ ਨੇ। ਜਦੋਂ ਉਹ ਸ਼ਹੀਦ ਹੋ ਗਏ, ਫੇਰ ਇਹਨਾਂ ਲੋਕਾਂ ਦੇ ਮੂੰਹ ਬੰਦ ਹੋਏ। ਸਾਡੀ ਕੌਮ ਦਾ ਦੁਖਾਂਤ ਹੀ ਇਹ ਆ ਵੀ ਅਸੀਂ ਕਦੇ ਵੀ ਵਕਤ ਦੇ ਉੱਤੇ ਉਸ ਗੱਲ ਦਾ ਫੈਸਲਾ ਨਹੀਂ ਕੀਤਾ। ਜਦੋਂ ਵਕਤ ਲੰਘ ਜਾਂਦਾ ਉਦੋਂ ਸਾਡੀ ਕੌਮ ਫੈਸਲਾ ਕਰਦੀ ਆ, ਉਦੋਂ ਨੂੰ ਬਹੁਤ ਜ਼ਿਆਦਾ ਸਮਾਂ ਲੰਘ ਜਾਂਦਾ ਹੁੰਦਾ। ਤੁਸੀਂ ਕਿਤੇ ਵੀ ਫਰਜ਼ ਕਰੋ, ਉੱਥੇ ਕਾਰਵਾਈ ਹੈ ਜੀ, ਕੁਛ ਹੁਣ ਐਂ ਤਾਂ ਹੁੰਦਾ ਨੇ ਵੀ ਪੁਲਿਸ ਨੂੰ ਪਤਾ ਸੀ, ਫੌਜ ਨੂੰ ਪਤਾ ਸੀ ਵੀ ਉੱਥੇ ਇਹ ਲੀਡਰ ਬੈਠੇ ਆ, ਉਹ ਮਰਜ਼ੀ ਉਹਨਾਂ ਦੀ ਸੀ ਵੀ ਬਾਹਾਂ ਖੜੀਆਂ ਕਰਾ ਕੇ ਬਾਹਰ ਕੱਢਦੇ ਜਾਂ ਹੱਥ ਲਮਕਾ ਕੇ ਕੱਢਦੇ ਹੈਗੇ, ਕਿਉਂਕਿ ਫੌਜ ਦੀ ਆਪਦੀ ਕਾਰਵਾਈ ਸੀ ਉੱਥੇ। ਤੁਸੀਂ ਮੈਂ ਕੁਝ ਵੀ ਨਹੀਂ ਸੀ ਕੋਈ ਕਰ ਸਕਦਾ। ਉਹ ਤਾਂ ਜੀ ਬੜਾ, ਇਹ ਜਿਹੜੀਆਂ ਗੱਲਾਂ ਨੇ ਇਹ ਤਾਂ ਮੈਂ ਸਮਝਦਾ ਵੀ ਬਸ ਇਸ ਤਰ੍ਹਾਂ ਹੀ ਅਸੀਂ ਕੌਮ ਕਰਦੇ ਰਹਾਂਗੇ। ਅਸੀਂ ਕਦੇ ਮਿਲ ਕੇ ਨਹੀਂ ਬੈਠਣਾ, ਅਸੀਂ ਕਦੇ ਆਪਦੇ ਦੁਸ਼ਮਣ ਦੀ ਪਹਿਚਾਣ ਨਹੀਂ ਕਰਨੀ। ਬਸ ਸਾਡਾ ਆਹੀ ਹਾਲ ਆ। ਇਸੇ ਕਰਕੇ ਜਦੋਂ ਸਾਡਾ 40 ਸਾਲਾਂ ਦਾ ਰਾਜ ਸੀ, ਸਿੱਖ ਰਾਜ ਸੀ ਨਾ, ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੋਈ, ਸਾਡਾ ਰਾਜ ਖੁੱਸ ਗਿਆ। ਉਦੋਂ ਤਾਂ ਕੋਈ ਅਕਾਲੀ ਦਲ ਨਹੀਂ ਸੀ, ਉਦੋਂ ਤਾਂ ਕੋਈ ਸ਼੍ਰੋਮਣੀ ਕਮੇਟੀ ਨਹੀਂ ਸੀ, ਸਾਡਾ ਸੁਭਾਅ ਹੀ ਬਣ ਗਿਆ। ਮੈਂ ਤੁਹਾਨੂੰ ਪਹਿਲਾਂ ਗੱਲ ਕਰੀਏ ਵੀ 12 ਮਿਸਲਾਂ ਬਣੀਆਂ ਰਹੀਆਂ ਗੁਰੂ ਸਾਹਿਬ ਤੋਂ ਬਾਅਦ। ਬੇਸ਼ੱਕ ਉਹ ਕਦੇ ਇਕੱਠੇ ਹੁੰਦੇ ਸੀ ਜਦੋਂ ਕੋਈ ਲੋੜ ਪੈਂਦੀ ਸੀ ਕੌਮ ਨੂੰ ਆਪਸ ਵਿੱਚ, ਉਸ ਤੋਂ ਬਾਅਦ ਵੀ ਲੜਾਈਆਂ ਹੁੰਦੀਆਂ ਰਹੀਆਂ। ਇਹ ਤਾਂ ਸਾਡੀ ਕੌਮ ਦੇ ਵਿੱਚ ਪਤਾ ਨਹੀਂ ਕਿਉਂ ਕਿੱਥੇ ਇਹ ਨੁਕਸ ਹੈ ਵੀ ਅਸੀਂ ਕਦੇ ਵੀ ਮੌਕੇ ਦੇ ਉੱਤੇ ਇਕੱਠੇ ਹੋ ਕੇ ਨਹੀਂ ਚੱਲਦੇ। ਮੈਂ ਤਾਂ ਕਹਿੰਦਾ ਹੁੰਦਾ ਹਮੇਸ਼ਾ ਵੀ ਯਾਰ ਜੇ ਕੋਈ ਮੇਰੇ 'ਚ ਕਮੀ ਆ ਉਹ ਮੈਨੂੰ ਦੱਸੋ, ਉਹ ਕਢਵਾਓ ਮੈਥੋਂ, ਮੈਂ ਕੱਢੂੰ ਉਸ ਕਮੀ ਨੂੰ। ਪਰ ਜਿੱਥੇ ਅਸੀਂ ਚੰਗਾ ਕੋਈ ਕੰਮ ਕਰਦਾ ਉਹਨੂੰ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ। ਪਰ ਅਸੀਂ ਤਾਂ ਚੁੰਗ ਸਾਹਿਬ ਦੀ ਨਿਗਾਹ 'ਚ ਕੌਣ ਦੁਸ਼ਮਣ ਆ? ਕੌਮ ਦਾ ਕੌਣ ਦੁਸ਼ਮਣ ਆ ਚੁੰਗ ਸਾਹਿਬ ਦੀ ਨਿਗਾਹ ਦੇ ਵਿੱਚ? ਸਭ ਤੋਂ ਵੱਡੇ ਜੀ ਕਾਂਗਰਸ ਹੈ, ਉਸ ਤੋਂ ਬਾਅਦ ਜਿਹੜੀ ਬੀਜੇਪੀ ਹੈ, ਨਰਿੰਦਰ ਮੋਦੀ ਹੈ, ਇਹ ਉਸ ਤੋਂ ਵੀ ਵੱਡਾ ਦੁਸ਼ਮਣ ਹੈ। ਉਦੋਂ ਪਤਾ ਨਹੀਂ ਸੀ ਜਦੋਂ ਗੱਠ ਜੋੜ ਕਰਿਆ ਸੀਗਾ ਵੀ ਬੀਜੇਪੀ ਸਾਡੀ ਦੁਸ਼ਮਣ ਆ। ਨਹੀਂ ਜੀ, ਉਹ ਤੇ ਫਿਰ ਹੱਲ ਹੀ ਕੋਈ ਨਹੀਂ। ਕੋਈ ਦੇਖੋ ਸਰਕਾਰ ਤਾਂ ਰੱਖਣ ਵਾਸਤੇ ਨਾ, ਸੰਬੰਧ ਰੱਖਣ ਵਾਸਤੇ, ਕਾਂਗਰਸ ਨਾਲ ਤਾਂ ਤੁਸੀਂ ਕੋਈ ਹੱਲ ਨਹੀਂ ਕਰ ਸਕਦੇ। ਹੋਰ ਕੋਈ ਸੈਕਿੰਡ ਬਦਲ ਨਹੀਂ ਸੀ। ਇਸ ਗੱਲ ਦਾ ਪਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਾਹਿਬਾਨ ਨੂੰ ਵੀ, ਸਰ ਸੁਖਬੀਰ ਸਿੰਘ ਬਾਦਲ ਨੂੰ ਵੀ ਪਤਾ ਸੀ, ਵੱਡੇ ਬਾਦਲ ਸਾਹਿਬ ਨੂੰ ਵੀ ਪਤਾ ਸੀ, ਪਰੰਤੂ ਮਜਬੂਰੀਆਂ ਸੀ ਗੱਠਜੋੜ ਰੱਖਣਾ। ਜਦੋਂ ਲੋੜ ਪਈ ਗੱਠਜੋੜ ਤੋੜਤਾ ਜੀ, ਵਾਪਸ ਕਰ ਲਿਆ। ਬੀਬਾ ਨੇ ਅਸਤੀਫਾ, ਬੀਬਾ ਹਰਸਿਮਰਤ ਕਿਸਾਨ ਕੌਰ ਤਾਂ ਕਹਿੰਦੇ ਸੀ ਧੌਣ ਤੇ ਗੋਟਾ ਰੱਖ ਕੇ ਅਸਤੀਫਾ ਦਵਾਇਆ। ਨਹੀਂ ਚਲੋ ਮੈਂ ਵੀ ਕਿਸਾਨ ਆ ਜੀ, ਮੈਂ ਉਹਨਾਂ ਦੀ ਗੱਲ ਨੂੰ ਨਹੀਂ ਕਹਿਣਾ ਕੁਛ। ਮੇਰੇ ਭਰਾ ਨੇ ਉੱਥੇ ਬੈਠੇ ਨੇ 6 ਮਹੀਨੇ ਹੋ ਗਏ, ਬਹੁਤ ਤਕਲੀਫ ਆ ਮੇਰੀ ਕੌਮ ਨੂੰ, ਮੇਰੇ ਵੀਰਾਂ ਨੂੰ, ਸਾਡੇ ਲੇਬਰ ਨੂੰ। ਉਹਨਾਂ ਦੀ ਗੱਲ ਨੂੰ ਮੈਂ ਕੁਛ ਕਹਿਣਾ। ਧੌਣ ਤੇ ਗੋਡਾ ਵੀ ਆਪਦੇ ਹੀ ਰਖਾਉਂਦੇ ਨੇ, ਦੂਜਾ ਕੋਈ ਨਹੀਂ ਰਖਾਉਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੋ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਈ 3 ਕਰੋੜ ਦੇ ਕਰੀਬ ਕੈਜੂਅਲਟੀ ਹੋਈ, ਉਹਨਾਂ ਨੂੰ ਦਿੱਤਾ। ਕੋਈ ਆਸਾਨ ਨਹੀਂ, ਕਿਸੇ ਨੇ ਜੇਬ 'ਚੋਂ ਪੈਸਾ ਨਾ ਮੈਂ ਦਿੱਤਾ, ਨਾ ਸਾਡੇ ਪ੍ਰਧਾਨ ਨੇ, ਨਾ ਕਿਸੇ ਅੰਤਰ। ਇਹ ਤੁਹਾਡਾ ਪੈਸਾ ਸੰਗਤ ਦਾ ਸੀ, ਪਰੰਤੂ ਸੰਗਤ ਵਾਸਤੇ ਦਿੱਤਾ। ਮਨਜਿੰਦਰ ਸਿੰਘ ਸਿਰਸਾ ਜੋ ਦਿੱਲੀ ਦਾ ਪ੍ਰਧਾਨ ਹੈ, ਉਹਨਾਂ ਨੇ ਦੇਖ ਲਓ ਜੀ, ਤੁਸੀਂ ਦੇਖਿਆ ਵੀ ਵਕੀਲ ਕਰਨੇ, ਪੈਨਲ ਕਰਨੇ। ਬੇਸ਼ੱਕ ਸਾਡੇ ਕਿਸਾਨ ਆਗੂਆਂ ਨੇ ਇਹ ਕਹਿ ਦਿੱਤਾ ਵੀ ਫੋਟੋ ਲਹਾਉਣ ਦੇ ਮਾਰੇ ਆਉਂਦੇ ਆ, ਪਰ ਜਦੋਂ ਦੀਪ ਸਿੱਧੂ ਬਾਹਰ ਆਇਆ ਉਹਨਾਂ ਨੇ ਵੀ ਕਿਹਾ, ਹੋਰ ਬਹੁਤ ਲੋਕਾਂ ਨੇ, ਇਹ ਮੋਗੇ ਦੇ ਕੋਲੇ ਰੂਮੀ ਸ਼ਾਇਦ ਇੱਥੋਂ ਦੇ ਪਿੰਡ, ਉਹਨਾਂ ਨੇ ਵੀ ਕਿਹਾ ਵੀ ਸਾਨੂੰ ਉਹ ਕੀਤਾ ਹੈ ਨਾ। ਕੋਈ ਆਸਾਨ ਨਹੀਂ ਕਰਦਾ ਸ਼੍ਰੋਮਣੀ ਅਕਾਲੀ ਦਲ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਕਮੇਟੀ ਬਣਦਾ ਰੋਲ ਅਦਾ ਕਰਦੀ ਹੈ, ਉਹ ਕਰਦੇ ਰਹਾਂਗੇ ਜੀ। 2007 ਦੇ ਵਿੱਚ ਇੱਕ ਪੋਸ਼ਾਕ ਪਾ ਕੇ ਬੈਠ ਜਾਂਦਾ ਬਾਬਾ, ਉਸ ਤੋਂ ਬਾਅਦ ਤਖਤ ਸ੍ਰੀ ਦਮਦਮਾ ਸਾਹਿਬ ਤੇ ਹੁਕਮਨਾਮਾ ਜਾਰੀ ਹੁੰਦਾ। ਉਹ ਹੁਕਮਨਾਮੇ ਫਿਰ ਕਾਗਜ਼ਾਂ ਦੇ ਵਿੱਚ ਹੀ ਕਿਉਂ ਰਹਿ ਜਾਂਦੇ ਨੇ, ਹਮੇਸ਼ਾ ਲਈ ਜਾਰੀ ਕਿਉਂ ਨਹੀਂ ਹੁੰਦੇ? ਫਿਰ ਵੀ ਅਸੀਂ ਜਾ ਕੇ ਉਹਨਾਂ ਤੋਂ ਵੋਟਾਂ ਮੰਗਦੇ ਰਹਿੰਦੇ ਹੈਗੇ। ਇੱਕ ਵਾਰ ਇਹ ਹੁੰਦਾ ਵੀ ਅਸੀਂ ਉਹਨਾਂ ਨਾਲ ਵਰਤਣਾ ਹੀ ਨਹੀਂ ਹੈਗਾ, ਅਸੀਂ ਕਿਉਂ ਫਿਰ ਵੋਟਾਂ ਮੰਗਦੇ ਉਹਨਾਂ ਤੋਂ ਜਾ ਕੇ? ਕਿਉਂ ਅਸੀਂ ਉਹਨਾਂ ਦੇ ਚਰਨਾਂ 'ਚ ਬਹਿੰਦੇ ਜਾ ਕੇ? ਇਹ ਵੱਡੇ ਸਵਾਲ ਨੇ, ਲੋਕਾਂ ਦੇ ਸਵਾਲ ਨੇ, ਲੋਕ ਜਵਾਬ ਮੰਗਦੇ ਨੇ ਇਹਨਾਂ ਚੀਜ਼ਾਂ ਦਾ। ਦੇਖੋ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਮੈਂ ਓਡੇ ਪੱਧਰ ਦੀ ਮੇਰੀ ਕੋਈ ਪੋਲੀਟੀਕਲ ਪਹੁੰਚ ਨਹੀਂ ਵੀ ਜਿਹੜੇ ਮੈਂ ਓਡੇ ਪੱਧਰ ਦੇ ਮੈਂ ਜਵਾਬ ਦੇਵਾਂ। ਜੇ ਤੁਸੀਂ ਮੈਨੂੰ ਨਿੱਜੀ ਤੌਰ ਦੇ ਉੱਤੇ ਗੱਲ ਕਰੋ, ਮੈਂ ਸੌਦਾ ਸਾਧ ਦੇ ਨਾ ਸਿਰ ਤੋਂ ਲੈ ਕੇ ਪੈਰਾਂ ਤੱਕ ਵਰਖਲਾਪ ਹਾਂ। 3 ਵਾਰ ਢਿੱਲੋਂ ਸਾਹਿਬ ਜਦੋਂ ਉਹਨਾਂ ਸਮਿਆਂ ਦੇ ਵਿੱਚ ਲੜਾਈ ਹੋਈ ਹਲਕਾ ਭਦੌੜ ਦੇ ਵਿੱਚ, ਦੀਵਾਨੇ ਪਿੰਡ 'ਚ
ਜੰਗੀਆਂ ਨੇ ਪਿੰਡ 'ਚ, ਮੂਮਾ ਪਿੰਡ 'ਚ। ਤਿੰਨੇ ਵਾਰੀ ਇਹਨਾਂ ਨੂੰ ਸਾਰੀ ਜਥੇਬੰਦੀਆਂ ਨੂੰ ਪਤਾ ਮੈਂ ਮੂਹਰੇ ਹਿੱਕ ਡਾਹ ਕੇ ਰਿਹਾ। ਕੱਲਾ ਓਨਲੀ 1 ਮੈਂ ਤੋਂ ਮੈਂਬਰ ਸੀ ਜਿਹੜਾ ਜਾ ਕੇ ਉਹ ਕਰਦਾ ਸੀ। ਮੈਂ ਕਦੀ ਵੀ ਨਾ ਮੈਂ ਦੇਖੋ ਮੈਂ ਤੁਹਾਨੂੰ ਦੱਸਿਆ ਵੀ ਉਹ ਸਾਡੇ ਪੱਧਰ ਦਾ ਫੈਸਲਾ ਨਹੀਂ ਹੈ। ਜਿੱਥੇ ਮੇਰੀ ਜਦੋਂ ਸਾਡੀ ਗੱਲ ਆ ਜਾਂਦੀ ਆ, ਮੈਂ ਬਿਲਕੁਲ ਉਹਨਾਂ ਦੇ ਐਂਟੀ ਹਾਂ ਜੀ। ਮੈਂ ਤੇ ਸਿਰਫ਼ ਆਪਣੇ ਗੁਰਸਿੱਖਾਂ ਦੀ ਤੁਹਾਡੀ ਮਿੰਨਤ ਕਰ ਸਕਦਾ, ਤੁਹਾਡੇ ਅੱਗੇ ਗਲ 'ਚ ਪੱਲਾ ਪਾ ਕੇ ਕੌਮ ਦੇ ਅੱਗੇ ਖਲੋ ਸਕਦਾ। ਮੈਂ ਤਾਂ ਇਹੋ ਜਿਹੇ ਕਿਸੇ ਸਾਧ ਦੇ ਧਾਰ ਨਹੀਂ ਮਾਰਦਾ। ਉਹ ਹਾਂ। ਤਾਂ ਪਿਛਲੇ ਦਿਨੀ ਪੈਰੋਲ ਤੇ ਆ ਜਾਂਦੇ ਨੇ, ਬੰਦੀ ਸਿੰਘ ਵੀ ਅੰਦਰ ਬੰਦ ਹੋਏ ਹੋਏ ਨੇ, ਉਹਨਾਂ ਲਈ ਸ਼੍ਰੋਮਣੀ ਕਮੇਟੀ ਕੀ ਕਰ ਰਹੀ ਹੈਗੀ? ਦੇਖੋ, ਮੈਂ ਪਹਿਲਾਂ ਵੀ ਕਿਹਾ ਵੀ ਕੋਈ ਅਹਿਸਾਨ ਨਹੀਂ ਕਰਦੇ ਜੀ ਅਸੀਂ, ਕੋਈ ਐਸਜੀਪੀਸੀ ਕੋਈ ਅਹਿਸਾਨ ਨਹੀਂ ਕਰਦੀ। ਸਰਦਾਰ ਦਿਆਲ ਸਿੰਘ ਲਾਹੌਰੀਆ ਆਏ, ਪੈਰੋਲ ਤੇ ਆਏ ਹੋਏ ਸੀਗੇ। ਉਹਨਾਂ ਦਾ ਘਰੇ ਜਾ ਕੇ ਸਨਮਾਨ ਕਰਕੇ ਉਹਨਾਂ ਨੇ ਹੁਕਮ ਕੀਤਾ ਵੀ ਵੀ ਸਾਨੂੰ ਕੋਈ ਲੋੜ ਆ, ਸਾਡੀ ਮਦਦ ਕਰੋ। ਵਕੀਲ ਨੂੰ ਕੋਈ ਫੀਸ ਦੇਣੀ ਸੀ, ਜੈਪੁਰ ਉਹਨਾਂ ਦਾ ਕੇਸ ਚੱਲਦਾ। 1 ਲੱਖ ਰੁਪਇਆ ਉਦੋਂ ਢਿੱਲੋਂ ਸਾਹਿਬ ਭੇਜਿਆ। ਬਲਵੰਤ ਸਿੰਘ ਜੀ ਰਾਜੋਆਣਾ, ਉਹਨਾਂ ਦੀ ਇੱਕ ਪੇਸ਼ੀ ਦਾ 11 ਲੱਖ ਰੁਪਇਆ ਵਕੀਲ ਲੈਂਦਾ ਜਦੋਂ ਪੇਸ਼ ਹੁੰਦਾ ਅਦਾਲਤ ਦੇ ਵਿੱਚ। ਸਾਰਾ ਜਿਹੜਾ ਪੈਸਾ ਐਸਜੀਪੀਸੀ ਵੱਲੋਂ ਉਹ ਜਿਹੜੀ ਹੈ ਉਹਨਾਂ ਦੇ ਕੇਸ ਦਾ ਪੈਸਾ ਦਿੱਤਾ ਜਾਂਦਾ ਹੈ। ਇਹ ਜਿਹੜੀ ਹੈ ਰਿਹਾ ਕਰਨਾ, ਇਹ ਤੇ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਉੱਪਰ ਨਰਿੰਦਰ ਮੋਦੀ ਜਿਹੜਾ ਕਿ ਸਿੱਖਾਂ ਦਾ ਸਿੱਧੇ ਤੌਰ ਦੇ ਉੱਤੇ ਦੁਸ਼ਮਣ ਹੈ, ਪੰਜਾਬੀਆਂ ਦਾ ਸਿੱਧੇ ਤੌਰ ਦੇ ਉੱਤੇ ਦੁਸ਼ਮਣ ਹੈ, ਉਹ ਬੈਠਾ। ਇਹ ਜੀ ਉਹਨਾਂ ਦੇ ਵੱਸ ਦੀਆਂ ਗੱਲਾਂ ਨੇ। ਪੈਰੋਲ ਉਹਨਾਂ ਨੇ ਦੇਣੀ ਹੁੰਦੀ ਆ ਜਾਂ ਗਵਰਨਮੈਂਟ ਨੇ ਦੇਣੀ ਆ ਜਾਂ ਉਹਨਾਂ ਨੇ ਦੇਣੀ ਆ, ਪਰੰਤੂ ਫਿਰ ਵੀ ਐਸਜੀਪੀਸੀ ਆਪਣਾ ਜਦੋਂ ਲੋੜ ਪੈਂਦੀ ਆ ਅਸੀਂ ਆਪਦਾ ਬਣਦਾ ਰੋਲ ਅਦਾ ਕਰਦੇ ਹਾਂ ਜੀ। ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰੀ ਆ ਵੀ ਅਸੀਂ ਆ ਜਿਹੜਾ ਸਾਨੂੰ ਕੱਲ੍ਹ ਪਰਸੋਂ ਮੈਂ ਇੱਕ ਇੰਟਰਵਿਊ ਦੇਖੀ ਵੀ ਇਹਨਾਂ ਦੇ 8 ਜੀ ਸ਼ਹੀਦ ਹੋਏ ਆ, ਵੀ ਉਹਨਾਂ ਦਾ ਮੈਂ ਸਘੇੜਿਆਂ ਤੋਂ ਅੱਜ ਹੀ ਕਿਹਾ ਵੀ ਮੈਨੂੰ ਉੱਥੋਂ ਐਪਲੀਕੇਸ਼ਨ ਜਿਹੜੀ ਲਿਖ ਕੇ ਤੇ ਕਾਰਵਾਈ ਤਾਂ ਕਰਨੀ ਪੈਣੀ ਆ ਨਾ ਜੀ। ਉਹ ਮੈਂ ਉੱਥੋਂ ਐਪਲੀਕੇਸ਼ਨ ਮੰਗਵਾ ਲਈ ਹੈ। ਉਹਨਾਂ ਦੀ ਵੱਧ ਤੋਂ ਵੱਧ ਉਸ ਪਰਿਵਾਰ ਦੀ ਜਿਹੜੀ ਹੈ ਮਦਦ ਕਰਾਂਗੇ। ਬੰਦੀ ਸਿੰਘਾਂ ਦੀ ਜਿੱਥੇ-ਜਿੱਥੇ ਵੀ ਲੋੜ ਪੈਂਦੀ ਹੈ ਉਹਨਾਂ ਦੀ ਮਦਦ ਹਮੇਸ਼ਾ ਕਰਦੇ ਹਾਂ, ਕਰਦੇ ਹੀ ਰਹਾਂਗੇ। ਇੱਕ ਮੁੰਡਾ ਮਾਨਕੀ ਤੋਂ ਆ, ਸ਼ਾਇਦ ਉਹਦਾ ਨਾਂ ਜਸਵੀਰ ਸਿੰਘ ਮਾਨਕੀ ਹੈ। ਛੋਟੇ ਮਹਿਲ ਰਹਿੰਦਾ, ਉਹ ਬੱਚਾ ਵੀ ਅੰਦਰ ਰਿਹਾ, ਉਹਨੂੰ ਵੀ 50,000 ਰੁਪਏ ਦੀ ਅਸੀਂ ਮਦਦ ਭਿਜਵਾਈ ਹੈ। ਉਹਨੇ ਕਿਹਾ ਵੀ ਮੈਨੂੰ ਦਿਓ, ਮੇਰੀ ਮਦਦ ਕਰੋ, ਤੇ ਵਕੀਲ ਨੂੰ ਦੇਣੇ ਪੈਸੇ, ਉਹ ਵੀ ਦਿੱਤੇ। ਕਰਦੇ ਹਾਂ ਜੀ, ਅਸੀਂ ਕੋਈ ਗੱਲ ਨਹੀਂ ਹੈ ਲੱਗੇ ਹਮੇਸ਼ਾ ਸ਼੍ਰੋਮਣੀ ਕਮੇਟੀ ਕਰਦੀ ਹੈ ਜੀ, ਮਦਦ ਕਰਦੇ ਹਾਂ, ਕਰਦੇ ਰਹਾਂਗੇ। ਅਪੀਲ ਕੀ ਕਰੋਗੇ ਸੰਗਤਾਂ ਨੂੰ? ਤੁਸੀਂ ਇੱਕ ਹੁਣ ਆਮ ਨਾਲੋਂ ਵੱਡੇ ਮੈਂਬਰ ਹੋ, ਅੰਤਰਿੰਗ ਕਮੇਟੀ ਦੇ ਮੈਂਬਰ ਹੋ, ਪ੍ਰਧਾਨ ਤੋਂ ਬਾਅਦ ਅੰਤਰਿੰਗ ਕਮੇਟੀ ਆਉਂਦੀ ਹੈਗੀ ਜਿਹੜੀ ਕਿ ਫੈਸਲੇ ਲੈਂਦੀ ਹੈ, ਤੁਸੀਂ ਉਹਦੇ ਇੱਕ ਮੈਂਬਰ ਹੋ। ਅਪੀਲ ਕੀ ਕਰੋਗੇ ਸੰਗਤਾਂ ਨੂੰ? ਦੇਖੋ, ਅਪੀਲ ਤਾਂ ਨਹੀਂ ਇੰਨੀ ਮੈਂ ਵੱਡਾ ਜਾਂ ਮੇਰੀ ਯੋਗਤਾ ਨਹੀਂ ਵੀ ਮੈਂ ਸੰਗਤ ਨੂੰ ਮੈਂ ਬੇਨਤੀ ਕਰਦਾ, ਮੇਰੀ ਸੰਗਤ ਨੂੰ, ਗੁਰਸਿੱਖ ਪਿਆਰਿਆਂ ਨੂੰ, ਮੇਰੇ ਵੀਰੋ, ਮੇਰੀ ਹੱਥ ਬੰਨ੍ਹ ਕੇ ਬੇਨਤੀ ਆ, ਵਿਰੋਧ ਕਰਕੇ ਵਿਰੋਧ ਖਾਤਰ ਵਿਰੋਧ ਨਾ ਕਰੋ ਵੀ ਸਾਡੇ ਇਹਨਾਂ ਨਾਲ ਜਾਤੀ ਮਤਭੇਦ ਆ ਵੀ ਅਸੀਂ ਇਸ ਕਰਕੇ ਕਰਦੇ ਹਾਂ। ਜਿੱਥੇ ਕਮੀ ਆ ਉਹਦਾ ਵਿਰੋਧ ਹੋਣਾ ਚਾਹੀਦਾ, ਬਿਲਕੁਲ ਜਾਇਜ਼ ਗੱਲ ਹੈ। ਵੀ ਮੇਰੀ ਤਾਂ ਹੱਥ ਬੰਨ੍ਹ ਕੇ ਬੇਨਤੀ ਆ, ਕੌਮ ਬਹੁਤ ਖਿਲਰੀ ਪਈ ਆ, ਕੌਮ ਇਕੱਠੀ ਹੋਵੇ। ਅਗਰ ਅਸੀਂ ਇਕੱਠੇ ਹੁੰਦੇ ਹਾਂ ਤਾਂ ਜਿਹੜੇ ਸਾਡੇ ਭਰਾ ਉੱਥੇ ਦਿੱਲੀ ਬੈਠੇ ਰੁਲਦੇ ਨੇ ਇਸ ਵੇਲੇ, ਉਹ ਨਾ ਰੁਲਣ। ਉੱਥੇ ਵੀ ਅਸੀਂ ਦੇਖੋ ਕਿੰਨਾ ਸੁਣ ਕੇ ਮਨ ਨੂੰ ਦੁੱਖ ਹੁੰਦਾ ਵੀ ਉੱਥੇ ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਇੱਕ ਦੂਜੇ ਨੂੰ ਟਾਰਗੇਟ ਕਰਦਾ। ਇਹ ਗੱਲਾਂ ਦੇ ਨਾਲ ਦੁਸ਼ਮਣ ਜੋ ਚਾਹੁੰਦਾ ਹੈ, ਅਸੀਂ ਉਹ ਕੁਛ ਆਪ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਕੱਠੇ ਰਹੋ ਜੀ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕੁਰਬਾਨੀਆਂ ਨੂੰ ਯਾਦ ਰੱਖੀਏ। 7 ਸਾਲ ਤੇ 9 ਸਾਲ ਦੇ ਫਰਜ਼ੰਦ ਸੱਚੇ ਪਾਤਸ਼ਾਹ ਨੇ ਪਰਿਵਾਰ ਵਾਰ ਦਿੱਤਾ ਸਾਡੀ ਕੌਮ ਤੋਂ। ਸਾਡਾ ਕੋਈ ਅੰਮ੍ਰਿਤ ਛਕਣ ਨੂੰ ਸਾਡੇ ਲੋਕ ਤਿਆਰ ਨਹੀਂ। ਕਿਸੇ ਨੂੰ ਕਿੰਨਾ ਮਰਜ਼ੀ ਹੱਥ ਬੰਨ੍ਹੋ ਵੀ ਅੰਮ੍ਰਿਤ ਛਕ ਲਓ, ਛਕ ਲਾਂਗੇ ਜੀ, ਕਿੰਨੀਆਂ ਬਹਾਨੇ ਬਣੇ ਨੇ, ਇਹ ਨਾ ਕਰੀਏ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਥੱਲੇ ਇਕੱਠੇ ਹੋਈਏ, ਕੌਮ ਇਕੱਠੀ ਰਹੇ। ਇਹ ਮੇਰੀ ਸਤਿਗੁਰੂ ਆਪਾਂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਸਥਾਨ ਤੇ ਬੈਠੇ ਹਾਂ, ਇਹਦੇ 'ਚ ਮੇਰੀ ਅਰਦਾਸ ਆ ਵੀ ਕੌਮ ਇਕੱਠੀ ਹੋਵੇ। ਮੈਂ ਇੱਕ ਬੇਨਤੀ ਹੋਰ ਵੀ ਕਰਦਾ, ਜੋ ਕਿਸਾਨੀ ਸੰਘਰਸ਼ ਚੱਲ ਰਿਹਾ ਉਹਦੇ ਬਾਰੇ ਵੀ ਸਾਨੂੰ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ। ਸਾਰਿਆਂ ਨੂੰ, ਲੇਬਰ ਵਾਲੇ ਕਹਿ ਲਓ, ਜ਼ਿਮੀਂਦਾਰ ਭਾਈ ਕਹਿ ਲਓ, ਕੋਈ ਆੜ੍ਹਤੀਆ ਕਹਿ ਲਓ, ਸਾਰਿਆਂ ਨੂੰ ਉਹਦੇ ਵਿੱਚ ਜਾਣਾ ਚਾਹੀਦਾ। ਮੈਂ ਨਿੱਜੀ ਤੌਰ ਦੇ ਉੱਤੇ, ਮੇਰੇ ਪਿੰਡ ਵਾਲਿਆਂ ਨੂੰ ਪਤਾ, ਮੇਰੇ ਆਲੇ-ਦੁਆਲੇ ਵਾਲਿਆਂ ਨੂੰ ਪਤਾ ਹੈਗਾ, ਸਾਡੇ ਉਗਰਾਹਾਂ ਦਾ ਸਰਦਾਰ ਜੋਗਿੰਦਰ ਸਿੰਘ ਹੋਰਾਂ ਦਾ ਹੈ। ਮੈਂ ਜਦੋਂ ਤੋਂ ਵੀ ਇਹ ਸਾਡੇ ਜਥੇਬੰਦੀ, ਮੈਂ ਉਦੋਂ ਪਿੰਡ ਦਾ ਸਰਪੰਚ ਹੁੰਦਾ ਸੀ, ਉਦੋਂ ਤੋਂ ਜਦੋਂ ਤੋਂ ਬਣਵਾਈ ਹੋਈ ਆ, ਮੈਂ ਹਮੇਸ਼ਾ ਉਹਨਾਂ ਦੇ ਨਾਲ ਹੁੰਦਾ। ਜੋ ਵੀ ਹੁਕਮ ਕਰਦੇ ਆ ਉਵੇਂ ਕਰਦੇ ਆ। ਉਹ ਕੋਈ ਮੈਂ ਕਿਸਾਨ ਦਾ ਪੁੱਤਰ ਹਾਂ, ਉਹ ਮੈਂ ਇਸ ਕਰਕੇ ਕਰਦਾ, ਨਾ ਕਿ ਮੈਂ ਸ਼੍ਰੋਮਣੀ ਕਮੇਟੀ ਮੈਂਬਰ ਹਾਂ ਜਾਂ ਮੈਂ ਕੋਈ ਅਕਾਲੀ ਦਲ ਹਾਂ, ਮੈਂ ਇਸ ਕਰਕੇ ਨਹੀਂ ਕਰਦਾ। ਮੇਰੀ ਬੇਨਤੀ ਹੈ ਵੀ ਉਹਦੇ 'ਚ ਵੱਧ ਤੋਂ ਵੱਧ ਯੋਗਦਾਨ ਪਾਈਏ, ਤਾਂ ਤੇ ਆਪਾਂ ਜਿਹੜਾ ਸੰਘਰਸ਼ ਹੈ, ਸਾਡੀਆਂ ਜਿਹੜੀਆਂ ਹੈ ਇੱਥੋਂ ਦੀ ਸਾਡੇ ਜਿਹੜੀ ਬਾਣੀ, ਪਾਣੀ, ਸਾਰਾ ਕੁਝ, ਜਿਹੜੀਆਂ ਸਾਡੀਆਂ ਜ਼ਮੀਨਾਂ ਨੇ, ਸਾਡਾ ਭਾਈਚਾਰਾ, ਉਹ ਬਚ ਜਾਵੇ। ਇਹ ਮੇਰੀ ਬੇਨਤੀ ਹੈ ਸੰਗਤ ਨੂੰ। ਗੁਰੂ ਕੇ ਲੜ ਲੱਗੋ, ਅੰਮ੍ਰਿਤਧਾਰੀ ਹੋਵੋ, ਗੁਰਬਾਣੀ ਪੜ੍ਹੋ। ਬੜਾ ਮਾੜਾ ਸਮਾਂ ਚੱਲ ਰਿਹਾ, ਬਹੁਤ ਕਸੂਤੀ ਮਹਾਂਮਾਰੀ ਜਿਹੜੀ ਚੱਲ ਰਹੀ ਹੈ ਇੱਥੋਂ ਦੀ, ਆਪਣੇ ਇਹ ਕੋਵਿਡ-19 ਜਿਹੜਾ ਚੱਲ ਰਿਹਾ, ਲੋਕ ਮਰ ਰਹੇ ਨੇ। ਇਹਦੇ ਵਾਸਤੇ ਮੈਂ ਪਹਿਲਾਂ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਫਸਟ ਲੈਵਲ ਆ, ਉਹ ਦਮਦਮਾ ਸਾਹਿਬ ਆਪਣੇ ਇਲਾਕੇ 'ਚ, ਸੰਗਰੂਰ ਕੱਲ੍ਹ ਸ਼ੁਰੂ ਹੋ ਗਿਆ, ਬੁਲਾਡਾ ਵੀ ਸ਼ੁਰੂ ਹੋਣ ਜਾ ਰਿਹਾ, ਆਲਮਗੀਰ ਵੀ ਆਪਣੇ ਰੇਂਜ 'ਚ ਹੀ ਆ। ਵੀ ਜਿੱਥੇ ਵੀ ਕੋਈ ਫਸਟ ਜਿਨ੍ਹਾਂ ਦਾ 85 ਲੈਵਲ ਆ, ਉੱਥੇ ਜਾ ਕੇ ਉਹਦਾ ਲਾਭ ਲੈਣਾ ਚਾਹੀਦਾ ਸਾਨੂੰ। ਤੁਹਾਡਾ ਪੈਸਾ
ਕਿਸੇ ਦਾ ਸਾਡਾ ਨਹੀਂ, ਸੰਗਤ ਦੀ ਚੀਜ਼, ਸੰਗਤ ਨੂੰ ਤੇਰਾ ਕੀਆ ਤੁਝੇ ਕਿਆ ਅਰਪੋਂ, ਮਹਾਰਾਜ ਸੱਚੇ ਪਾਤਸ਼ਾਹ ਦੇ ਹੁਕਮ ਮੁਤਾਬਕ ਤੁਹਾਡਾ ਸੰਗਤ ਦਾ ਜੀ। ਤੋ ਮੇਰੀ ਸੰਗਤ ਨੂੰ ਬੇਨਤੀ ਆ ਕਿ ਛੋਟੀਆਂ-ਛੋਟੀਆਂ ਗੱਲਾਂ ਤੋਂ ਨਿਕਲੀਏ, ਭਾਈਚਾਰਾ ਰੱਖੀਏ, ਮਨੁੱਖ ਦੀ ਜ਼ਿੰਦਗੀ ਛੋਟੀ ਹੋ ਗਈ, ਪੜਕ-ਪੜਕ ਮੌਤਾਂ ਹੋ ਰਹੀਆਂ ਨੇ ਢਿੱਲੋਂ ਸਾਹਿਬ। ਇਹ ਗੱਲਾਂ ਨੂੰ ਸਾਰੀਆਂ ਨੂੰ ਛੱਡ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗਣਾ ਚਾਹੀਦਾ। ਮੈਂ ਸਾਰੀ ਸੰਗਤ ਨੂੰ ਇਹੀ ਬੇਨਤੀ ਕਰਦਾ ਜੀ। ਧੰਨਵਾਦ ਜੀ। ਹਾਂ, ਸੋ ਇਹ ਸਨ ਸਾਡੇ ਨਾਲ ਬਲਦੇਵ ਸਿੰਘ ਚੁੰਗਾ, ਜਿਨ੍ਹਾਂ ਨੇ ਇੱਕ ਸੰਗਤ ਨੂੰ ਅਪੀਲ ਕੀਤੀ ਆ, ਕੌਮ ਨੂੰ ਅਪੀਲ ਕੀਤੀ ਆ ਕਿ ਇੱਕ ਝੰਡੇ ਥੱਲੇ, ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋਣ ਦੀ ਲੋੜ ਆ ਤੇ ਇਸ ਤੋਂ ਬਾਅਦ ਵੀ ਹੋਰ ਜਿਹੜੇ ਸ਼੍ਰੋਮਣੀ ਕਮੇਟੀ ਦੇ ਜਾਂ ਕਿਸੇ ਪੋਲੀਟੀਕਲ ਪਾਰਟੀ ਨਾਲ ਸੰਬੰਧਿਤ ਨੁਮਾਇੰਦੇ ਹੋਣਗੇ, ਉਹਨਾਂ ਨਾਲ ਮਿਲਾਉਂਦੇ ਰਵਾਂਗੇ, ਗੱਲਬਾਤ ਕਰਵਾਉਂਦੇ ਰਵਾਂਗੇ। ਮੈਨੂੰ ਦਿਓ ਫਿਲਹਾਲ ਦੇ ਲਈ ਆਗਿਆ। ਹਰਜਿੰਦਰ ਸਿੰਘ ਢਿੱਲੋਂ ਨੂੰ ਧੰਨਵਾਦ ਜੀ।